ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 22 ਦਸੰਬਰ ਹੈ, ਦਿਨ ਬੁੱਧਵਾਰ ਹੈ। ਖਬਰਾਂ ਦੇ ਵਿਸਥਾਰ ਤੋਂ ਪਹਿਲਾਂ ਅਸੀਂ ਸਿਜਦਾ ਕਰਦੇ ਹਾਂ ਉਸ ਮਹਾਨ ਸ਼ਹੀਦੀ ਸਾਕੇ ਦੇ ਮਹਾਨ ਸ਼ਹੀਦਾਂ ਨੂੰ ਜਿਹੜਾ ਕਿ 1704 ਈਸਵੀ ਦੇ ਵਿੱਚ ਚਮਕੌਰ ਦੀ ਧਰਤੀ ਤੇ ਵਾਪਰਿਆ ਸੀ। ਅੱਜ ਦੇ ਦਿਨ ਚਮਕੌਰ ਸਾਹਿਬ ਦੀ ਅਸਾਵੀਂ ਜੰਗ ਹੋਈ ਸੀ, ਜਿਸ ਦੇ ਵਿੱਚ ਇੱਕ ਪਾਸੇ 10 ਲੱਖ ਤੋਂ ਵੱਧ ਮੁਗਲ ਫੌਜਾਂ ਤੇ ਹਿੰਦੂ ਫੌਜਾਂ ਤੇ ਦੂਸਰੇ ਪਾਸੇ 40 ਕੁ ਸਿੰਘ, 2 ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ। ਉਹ ਜੰਗ ਵੀ ਸਿੰਘਾਂ ਨੇ ਜਿੱਤ ਲਈ ਸੀ। ਇੰਨਾ ਕਮਾਲ ਦਾ ਜਜ਼ਬਾ ਉਸ ਜੰਗ ਦੇ ਵਿੱਚ ਦੇਖਣ ਨੂੰ ਮਿਲਿਆ ਸੀ। ਤੇ ਚਮਕੌਰ ਸਾਹਿਬ ਦੀ ਉਸ ਜੰਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ 2 ਵੱਡੇ ਲਾਲ ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੰਗ ਦੇ ਵਿੱਚ ਜੂਝਦਿਆਂ ਹੋਇਆਂ ਸ਼ਹੀਦੀਆਂ ਪ੍ਰਾਪਤ ਕਰ ਗਏ ਸੀ ਤੇ 40 ਸਿੰਘ ਵੀ ਸ਼ਹੀਦ ਹੋ ਗਏ ਸੀ। ਉਹਨਾਂ ਸਿੰਘਾਂ ਦੀ ਸ਼ਹੀਦੀ ਦੀ ਯਾਦ ਦੇ ਵਿੱਚ ਪਰਸੋਂ ਤੋਂ ਲੈ ਕੇ ਚਮਕੌਰ ਸਾਹਿਬ ਦੀ ਧਰਤੀ ਤੇ ਸ਼ਹੀਦੀ ਜੋੜ ਮੇਲ ਮਨਾਏ ਜਾ ਰਹੇ ਨੇ ਤੇ ਅੱਜ ਆਖਰੀ ਦਿਨ ਹੈ। ਚਮਕੌਰ ਸਾਹਿਬ ਦੀ ਧਰਤੀ ਤੇ ਇਤਿਹਾਸਿਕ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਹੈ, ਜਿੱਥੇ ਇਹਨਾਂ ਸਾਰੇ ਚਮਕੌਰ ਸਾਹਿਬ ਦੀ ਜੰਗ ਦੇ ਸ਼ਹੀਦਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਖਾਸ ਤੇ ਵੱਡੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਸਾਬਕਾ ਕੈਬਨਿਟ ਮੰਤਰੀ ਅਤੇ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਨਸ਼ਾ ਤਸਕਰੀ ਮਾਮਲੇ ਦੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਗ੍ਰਿਫਤਾਰੀ ਦੀਆਂ ਕੋਸ਼ਿਸ਼ਾਂ ਨੇ ਜਿਹੜੀਆਂ ਉਹ ਆਰੰਭ ਦਿੱਤੀਆਂ ਗਈਆਂ ਨੇ। FIR ਦੇ ਵਿੱਚ ਨਸ਼ਿਆਂ ਤੇ ਬਣਾਈ ਗਈ STF ਦੇ ਵੱਲੋਂ ਹਾਈ ਕੋਰਟ ਵਿੱਚ ਦਾਖਲ ਸਟੇਟਸ ਰਿਪੋਰਟ ਦਾ ਹਵਾਲਾ ਦਿੱਤਾ ਗਿਆ ਹੈ। ਸੱਤਾ ਧਿਰ ਕਾਂਗਰਸ ਸਰਕਾਰ ਨੇ ਲੋਕਾਂ ਦਾ ਸਾਥ ਮੰਗਿਆ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਹੁਣ ਤੱਕ ਜਿਹੜੇ ਨਸ਼ਿਆਂ ਦੇ ਪੰਜਾਬ ਸੰਤਾਪ ਭੋਗ ਰਿਹਾ ਹੈ, ਉਸ ਦੇ ਲਈ ਪਹਿਲਾ ਕਦਮ ਸਰਕਾਰ ਨੇ ਚੁੱਕਿਆ, ਇਸ ਕਰਕੇ ਤੁਹਾਡਾ ਸਾਥ ਚਾਹੀਦਾ ਹੈ। ਸਿੱਧੂ ਅਤੇ ਰੰਧਾਵਾ ਨੇ ਵੀ ਕਿਹਾ ਹੈ ਕਿ ਸਜ਼ਾ ਮਿਲਣ ਤੱਕ ਲੜਾਈ ਹੈ ਜਿਹੜੀ ਉਹ ਜਾਰੀ ਰਹੇਗੀ। ਰੰਧਾਵਾ ਮੁਤਾਬਿਕ ਬਦਲਾਖੋਰੀ ਦੀ ਭਾਵਨਾ ਨਹੀਂ ਹੈ, ਜਦਕਿ ਵੱਡੇ ਬਾਦਲ, ਛੋਟੇ ਬਾਦਲ ਸਮੇਤ ਹਰਸਿਮਰਤ ਕੌਰ ਬਾਦਲ ਨੇ ਇਹੀ ਕਿਹਾ ਕਿ ਸਿਰਫ ਤੇ ਸਿਰਫ ਸਿਆਸੀ ਬਦਲਾਖੋਰੀ ਹੈ, ਝੂਠੇ ਕੇਸ ਦਰਜ ਕੀਤੇ ਗਏ ਨੇ। ਇੱਥੋਂ ਤੱਕ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਮਜੀਠੀਆ ਦੀ ਪਿੱਠ ਤੇ ਆ ਗਏ ਨੇ। ਦੂਜੀ ਵੱਡੀ ਖਬਰ ਇਹ ਹੈ ਕਿ BJP ਨੇ ਹੁਣ ਪੰਜਾਬ ਦੇ ਵਿੱਚ ਕਾਂਗਰਸ ਦੇ ਕੁਨਬੇ ਦੇ ਵਿੱਚ ਸੇਂਧ ਲਾਉਣੀ ਸ਼ੁਰੂ ਕਰ ਦਿੱਤੀ ਹੈ। ਗੁਰਮੀਤ ਸਿੰਘ ਰਾਣਾ ਸੋਢੀ ਜਿਹੜੇ ਕਿ ਕਾਂਗਰਸ ਦੇ ਕੈਬਨਿਟ ਮੰਤਰੀ ਰਹੇ ਨੇ, ਉਹ ਕਾਂਗਰਸ ਨੂੰ ਛੱਡ ਕੇ BJP ਦੇ ਵਿੱਚ ਸ਼ਾਮਿਲ ਹੋ ਗਏ ਨੇ। ਕਹਿੰਦੇ ਮੋਦੀ ਅਤੇ BJP ਤੇ ਬਿਨਾਂ ਦੇਸ਼ ਦਾ ਵਿਕਾਸ ਸੰਭਵ ਹੀ ਨਹੀਂ ਹੋ ਸਕਦਾ ਅਤੇ ਪਿੱਛੇ ਹੋਰ ਲੰਬੀ ਲਾਈਨ ਦੀ ਚਰਚਾ ਹੋ ਰਹੀ ਹੈ ਜਿਹੜੀ ਕਾਂਗਰਸ ਛੱਡ ਕੇ BJP 'ਚ ਜਾਣ ਨੂੰ ਤਿਆਰ ਹੈ। ਉਧਰ ਪੰਜਾਬ ਦੇ DGP ਦੀ ਨਿਯੁਕਤੀ ਦੇ ਲਈ ਜਿਹੜੀ UPSC ਦੀ ਕੱਲ ਬੈਠਕ ਹੋਣੀ ਸੀ ਦਿੱਲੀ ਦੇ ਵਿੱਚ, ਉਸ ਬੈਠਕ ਨੂੰ ਰੱਦ ਕਰ ਦਿੱਤਾ ਗਿਆ ਐਨ ਮੌਕੇ ਤੇ। ਸੂਤਰ ਦੱਸਦੇ ਨੇ ਕਿ ਸੂਬਾ ਸਰਕਾਰ ਦੇ ਵੱਲੋਂ 18 ਦਸੰਬਰ ਨੂੰ ਚਿੱਠੀ ਜਿਹੜੀ ਲਿਖੀ ਗਈ ਸੀ ਉਸ ਨੂੰ ਆਧਾਰ ਬਣਾ ਕੇ UPSC ਦੇ ਵੱਲੋਂ ਮੀਟਿੰਗ ਰੱਦ ਕੀਤੀ ਗਈ ਹੈ। ਕਮਿਸ਼ਨ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਦੀ ਚਿੱਠੀ ਸਾਨੂੰ 20 ਦਸੰਬਰ ਨੂੰ ਮਿਲੀ ਹੈ, ਇਸ ਲਈ ਇਸ ਚਿੱਠੀ ਦੇ ਵਿਚਾਰ ਲਈ ਸਾਨੂੰ ਸਮਾਂ ਚਾਹੀਦਾ ਹੈ। ਪੁਲਿਸ ਮੁਖੀ ਦੀ ਚੋਣ ਸੰਬੰਧੀ ਕੀਤੀ ਜਾਣ ਵਾਲੀ ਮੀਟਿੰਗ ਹਾਲੇ ਸੰਭਵ ਨਹੀਂ ਹੈ। ਹਾਲਾਂਕਿ ਪੰਜਾਬ ਦੇ ਮੁੱਖ ਅਨਰਿਧ ਤਿਵਾੜੀ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਦੇ ਲਈ ਕੱਲ ਨਵੀਂ ਦਿੱਲੀ ਪਹੁੰਚ ਗਏ ਸੀ। ਕਿਤੇ ਨਾ ਕਿਤੇ DGP ਚੱਟੋਪਾਧਿਆਏ ਦੇ ਕਾਰਜਕਾਰੀ DGP ਲਾਏ ਜਾਣ ਤੋਂ ਬਾਅਦ ਜਿਹੜੀ ਬਿਕਰਮ ਮਜੀਠੀਆ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ, ਇਹ ਕਿਤੇ ਨਾ ਕਿਤੇ BJP ਨੂੰ ਵੀ ਕਾਫੀ ਵਾਰਾ ਖਾਂਦੀ ਹੈ। ਤੇ ਅਸੀਂ ਖਾਲਸ ਚਰਚਾ ਦੇ ਵਿੱਚ ਪਰਸੋਂ ਹੀ ਇਹ ਗੱਲ ਹੈ ਜਿਹੜੀ ਉਹ ਕੀਤੀ ਸੀ ਕਿ ਹੋ ਸਕਦਾ ਹੈ ਕਿ ਨਵੇਂ DGP ਦੀ ਨਿਯੁਕਤੀ ਵਾਲੀ ਜਿਹੜੀ ਮੀਟਿੰਗ ਹੈਗੀ ਹੈ ਉਸ ਨੂੰ ਕੇਂਦਰ ਸਰਕਾਰ, ਕਿਉਂਕਿ ਕੇਂਦਰ ਸਰਕਾਰ ਦੇ ਹੁਕਮਾਂ ਤੇ UPSC ਚੱਲਦੀ ਹੈ, ਤਾਂ ਇਸ ਮੀਟਿੰਗ ਨੂੰ ਠੰਡੇ ਬਸਤੇ ਦੇ ਵਿੱਚ ਦੇਵੇ ਤੇ ਸ਼ਾਇਦ ਉਹੀ ਹੋ ਰਿਹਾ ਹੈ। ਉਧਰ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ ਤੋਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ DGP ਚੱਟੋਪਾਧਿਆਏ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ ਤੇ ਗੰਭੀਰ ਇਲਜ਼ਾਮ ਲਾਏ ਨੇ, ਤੁਰੰਤ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ। ਪਿੰਕੀ ਨੇ ਦੱਸਿਆ ਕਿ ਮੇਰੇ ਤੇ ਮੇਰੇ ਪਰਿਵਾਰ ਨੂੰ ਮੌਜੂਦਾ DGP ਤੋਂ ਖਤਰਾ ਹੈ ਤੇ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੀ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ DGP ਸਿੱਧੇ ਤੌਰ ਤੇ ਜ਼ਿੰਮੇਦਾਰ ਹੋਣਗੇ। ਉਹਨਾਂ ਕਿਹਾ ਕਿ DGP ਅੱਜਕੱਲ ਫਿਰੋਜ਼ਪੁਰ ਦੇ ਇੱਕ ਅਜਿਹੇ ਭਗੌੜੇ ਵਿਅਕਤੀ ਨੂੰ ਆਪਣੇ ਨਾਲ ਲੈ ਕੇ ਘੁੰਮ ਰਹੇ ਨੇ ਜਿਸ ਤੇ ਜਬਰ ਜਨਾਹ ਦਾ ਕੇਸ ਦਰਜ ਹੈ ਤੇ ਵਿਧਾਇਕ ਦਾ ਸਿੱਧਾ ਇਸ਼ਾਰਾ ਫਿਰੋਜ਼ਪੁਰ ਦੇ ਇੱਕ ਉੱਘੇ ਕਾਰੋਬਾਰੀ ਵੱਲ ਹੈ ਜੋ ਜ਼ਮਾਨਤ ਰੱਦ ਹੋਣ ਤੋਂ ਬਾਅਦ ਵੀ ਫਰਾਰ ਹੈ। ਤੇ ਬੜੀ ਹੈਰਾਨੀ ਦੀ ਗੱਲ ਹੈ ਕਿ ਫਰਾਰ ਹੋਇਆ ਭਗੌੜਾ ਕਰਾਰ ਦਿੱਤਾ ਗਿਆ ਇਹ ਉੱਘਾ ਕਾਰੋਬਾਰੀ DGP ਦੇ ਨਾਲ ਘੁੰਮ ਰਿਹਾ ਹੈ, ਜੇ ਵਿਧਾਇਕ ਪਿੰਕੀ ਦੀ ਗੱਲ ਦਾ ਸੱਚ ਮੰਨੀਏ। ਪਿੰਕੀ ਨੇ ਦੱਸਿਆ ਕਿ ਕਰੀਬ 1 ਸਾਲ ਪਹਿਲਾਂ ਇੱਥੋਂ ਦੀ ਇੱਕ ਔਰਤ ਦੇ ਨਾਲ ਇਸਨੇ ਜਬਰ ਜਨਾਹ ਕੀਤਾ ਸੀ ਤੇ ਔਰਤ ਨੇ ਕੇਸ ਦਰਜ ਕਰਵਾਇਆ ਸੀ। ਵਿਧਾਇਕ ਪਿੰਕੀ ਉਸ ਦੀ ਖੁੱਲ੍ਹ ਕੇ ਮਦਦ ਕਰ ਰਹੇ ਨੇ, ਜਦਕਿ ਜਿਹੜਾ ਕਾਰੋਬਾਰੀ ਹੈ ਜਿਸ ਦਾ ਜ਼ਿਕਰ ਕਰ ਰਹੇ ਨੇ ਵਿਧਾਇਕ ਪਿੰਕੀ, ਉਹ ਟਿਕਟ ਲੈਣ ਦੀ ਝਾਕ ਦੇ ਵਿੱਚ ਹੈ। ਉਦੋਂ ਤੋਂ ਲੈ ਕੇ ਕਾਰੋਬਾਰੀ ਤੇ ਪਿੰਕੀ ਦੇ ਵਿਚਾਲੇ ਜਿਹੜਾ ਰੇੜਕਾ ਚੱਲ ਰਿਹਾ ਹੈ।
ਪੰਜਾਬ ਦੇ ਵਿੱਚ ਕੱਲ ਲਗਾਤਾਰ ਦੂਸਰੇ ਦਿਨ ਰੇਲ ਰੋਕੋ ਅੰਦੋਲਨ ਵੀ ਜਾਰੀ ਰਿਹਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਤੇ ਉਗਰਾਹਾਂ ਜਥੇਬੰਦੀ ਦੇ ਵੱਲੋਂ ਡੀਸੀ ਦਫ਼ਤਰਾਂ ਦਾ ਘਿਰਾਓ ਵੀ ਕੀਤਾ ਗਿਆ। ਹਾਲਾਂਕਿ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਗਰਾਹਾਂ ਜਥੇਬੰਦੀ ਦੇ ਨਾਲ ਤਾਂ ਬੈਠਕ ਸੱਦ ਲਈ ਹੈ। ਚੰਡੀਗੜ੍ਹ ਦੇ ਵਿੱਚ ਬੈਠਕ ਹੋਊਗੀ। ਇਸ ਤੋਂ ਬਾਅਦ ਮੀਟਿੰਗ ਲਈ ਸੱਦਾ ਮਿਲਣ ਤੋਂ ਬਾਅਦ ਉਗਰਾਹਾਂ ਜਥੇਬੰਦੀ ਨੇ ਫੈਸਲਾ ਲਿਆ ਹੈ ਕਿ ਡੀਸੀ ਦਫ਼ਤਰਾਂ ਦੇ ਬਾਹਰ ਜਿਹੜਾ ਘਿਰਾਓ ਕੀਤਾ ਗਿਆ ਡੀਸੀ ਦਫ਼ਤਰਾਂ ਦਾ ਉਹ ਖਤਮ ਕਰ ਦਿੱਤਾ ਗਿਆ ਹੈ, ਪਰ ਧਰਨੇ ਨੇ ਜਿਹੜੇ ਉਹ ਪਹਿਲਾਂ ਵਾਂਗੂ ਹੀ ਜਾਰੀ ਰਹਿਣਗੇ। ਤੇ ਉਧਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਪੰਜਾਬ ਦੇ 4 ਜ਼ਿਲ੍ਹਿਆਂ ਦੇ ਵਿੱਚ ਰੇਲ ਪਟੜੀਆਂ ਤੇ ਦਿੱਤੇ ਧਰਨੇ ਲਗਾਤਾਰ ਜਾਰੀ ਨੇ ਤੇ ਦੂਸਰੇ ਦਿਨ ਵੀ ਰੇਲਾਂ ਦੀ ਆਵਾਜਾਈ ਠੱਪ ਰਹੀ। ਰੇਲਵੇ ਵਿਭਾਗ ਨੇ ਅਹਿਮ ਰੂਟਾਂ ਤੇ ਗੱਡੀਆਂ ਰੱਦ ਵੀ ਕਰ ਦਿੱਤੀਆਂ ਨੇ। ਕਿਸਾਨ ਲੀਡਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਜਲੰਧਰ ਜੰਮੂ ਰੇਲਵੇ ਮਾਰਗ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਜਿਹੜਾ ਧਰਨਾ ਲਾਇਆ ਹੋਇਆ ਹੈ ਟਾਂਡਾ ਦੇ ਵਿੱਚ, ਉਸ ਦੇ ਵਿੱਚ ਠੰਡ ਕਾਰਨ ਇੱਕ ਕਿਸਾਨ ਦੀ ਮੌਤ ਹੋ ਗਈ ਹੈ। ਜਥੇਬੰਦੀ ਨੇ ਕਿਸਾਨ ਦੇ ਪੀੜਤ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ, ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਤੇ ਸਾਰਾ ਕਰਜ਼ਾ ਮਾਫ ਕਰਨ ਦੀ ਮੰਗ ਕੀਤੀ ਹੈ। ਲੰਗੀ ਸ਼ਾਮ ਸਰਵਣ ਸਿੰਘ ਪੰਧੇਰ ਨੇ ਵੀ ਦੱਸਿਆ ਕਿ ਉਹਨਾਂ ਨੂੰ ਮੀਟਿੰਗ ਦੇ ਲਈ ਸਥਾਨਕ ਪ੍ਰਸ਼ਾਸਨ ਦੇ ਵੱਲੋਂ ਬੁਲਾਇਆ ਗਿਆ ਹੈ ਤੇ ਉਹ ਛੇਤੀ ਮੁੱਖ ਮੰਤਰੀ ਦੇ ਨਾਲ ਸਾਡੀ ਮੀਟਿੰਗ ਕਰਵਾਉਣ ਦੀ ਗੱਲ ਕਰ ਰਹੇ ਨੇ। ਮੈਂ ਸਰਵਣ ਸਿੰਘ ਪੰਧੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੂਬਾ ਜਨਰਲ ਸਕੱਤਰ ਬੋਲਦਾ ਜੀ। ਅਸੀਂ ਜਿਹੜਾ ਵਾ ਰੇਲ ਰੋਕੋ ਅੰਦੋਲਨ ਤੀਸਰੇ ਦਿਨ ਵੀ ਜਾਰੀ ਰੱਖ ਰਹੇ ਹਾਂ ਤੇ ਅੱਜ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਆ। ਤੋ ਰੇਲ ਰੋਕੋ ਅੰਦੋਲਨ ਦੇ ਵਿੱਚ ਹੀ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਕੀਰਤਨ ਕਰਾ ਕੇ ਤੇ ਸ਼ਾਮ ਨੂੰ ਕੈਂਡਲ ਸਜਾ ਕੇ ਸ਼ਹੀਦਾਂ ਨੂੰ ਸਜਦਾ ਕਰਾਂਗੇ। ਇਹਦੇ ਨਾਲ ਤੁਹਾਨੂੰ ਪਤਾ ਹੀ ਆ, ਜਿਵੇਂ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਟਾਂਡੇ ਵਿੱਚ ਰੇਲ ਜਾਮ ਚੱਲਦੀ, ਉੱਥੇ ਕੱਲ੍ਹ ਰਤਨ ਸਿੰਘ ਜੀ ਕਿਸਾਨ, ਉਹਨਾਂ ਦੀ ਸ਼ਹਾਦਤ ਹੋ ਗਈ ਆ ਤੇ ਉਹਨਾਂ ਦਾ ਵੀ ਹਜੇ ਮੁਆਵਜ਼ਾ ਤੇ ਨੌਕਰੀ ਬਾਰੇ ਸਰਕਾਰ ਨੇ ਕੋਈ ਐਲਾਨ ਨਹੀਂ ਕੀਤਾ ਹੈਗਾ। ਦੂਸਰਾ ਹੈਗਾ ਵੀ 2 ਥਾਵਾਂ 'ਤੇ ਮੋਗਾ ਅਤੇ ਫਾਜ਼ਿਲਕਾ ਦੇ ਅੱਜ ਵਿੱਚ ਫਿਰ ਰੇਲ ਰੋਕੋ, ਉਹਨਾਂ ਥਾਵਾਂ 'ਤੇ ਵੀ ਲਾਉਣਾ ਪੈ ਰਿਹਾ ਵਾ। ਦੂਜਾ ਚੰਨੀ ਸਰਕਾਰ ਜਿਹੜੀ ਕਹਿੰਦੀ ਸੀ ਕਿਸਾਨਾਂ ਮਜ਼ਦੂਰਾਂ ਦੀ ਸਰਕਾਰ ਆ, ਉਹ ਕਿਸਾਨਾਂ ਦਾ ਤੇ ਖੇਤ ਮਜ਼ਦੂਰਾਂ ਦਾ ਕਰਜ਼ਾ ਮਾਫੀ ਵਾਲੇ ਗਸਲੇ ਤੋਂ ਬਿਲਕੁਲ ਭੱਜ ਚੁੱਕੀ ਆ। ਅਸੀਂ ਰੁਜ਼ਗਾਰ ਦੀ ਗੱਲ ਕੀਤੀ ਵੀ ਤੁਸੀਂ 36,000 ਕਹਿੰਦੇ ਨੌਕਰੀਆਂ ਦੇਣੀਆਂ, ਰੋਜ਼ ਨੌਜਵਾਨ ਜਿਹੜੇ ਰੁਜ਼ਗਾਰ ਲਈ ਲੜ ਰਹੇ ਨੇ ਉਹਦੇ 'ਤੇ ਵੀ ਕੋਈ ਉਹਨਾਂ ਦਾ ਸਹੀ ਜਵਾਬ ਨਹੀਂ, ਉਹ ਤੋਂ ਭੱਜਿਆ ਹੀ ਸਮਝੋ। ਨਸ਼ਾਬੰਦੀ 'ਤੇ ਵੀ ਕੋਈ ਉਹਨਾਂ ਦਾ ਠੋਸ ਸਾਨੂੰ ਨਾ ਤਾਂ ਜਵਾਬ ਆ, ਨਾ ਉਹ ਗੱਲ ਹੀ ਇਹਦੇ 'ਤੇ ਕਰਨ ਨੂੰ ਤਿਆਰ ਹੈਗੇ ਨੇ। ਇਸੇ ਤਰੀਕੇ ਨਾਲ 360 ਰੁਪਏ ਜਿਹੜਾ ਗੰਨੇ ਦਾ ਰੇਟ ਆ ਉਹਦੇ 'ਤੇ ਵੀ ਡਿੱਕਾ ਹਾਲੇ ਖੜਾ ਹੈਗਾ ਵਾ। ਬਾਸਮਤੀ ਖਰਾਬ ਹੋ ਗਈ, ਮੁਆਵਜ਼ੇ ਤੇ ਨਾ ਲੈਣ ਨੂੰ ਤਿਆਰ ਨਹੀਂ ਹੈਗੇ ਵੀ ਦੇ ਦਾਂਗੇ 2.5 ਮਹੀਨੇ ਬੀਤ ਗਏ ਆ ਔਰ ਤਾਰ ਪਾਰ ਲੀਆਂ ਜ਼ਮੀਨਾਂ ਦੇ ਸੈਂਟਰ ਨੇ ਮੁਆਵਜ਼ਾ ਦੇ ਦਿੱਤਾ, ਇਹ ਆਪ ਦਾ ਮੁਆਵਜ਼ਾ ਦੇਣ ਨੂੰ ਤਿਆਰ ਨਹੀਂ ਹੈਗੇ, ਹੋਰਨਾਂ ਥਾਵਾਂ ਤੇ ਫੰਡਾਂ ਦੀ ਵਰਤੋਂ ਕਰ ਲਈ ਹੈਗੀ ਆ। ਪੋਹ ਦੇ ਦਿਨਾਂ ਦੇ ਵਿੱਚ ਠੰਡ ਦਾ ਜਿਹੜਾ ਕਹਿਰ ਹੈ, ਸੀਤ ਲਹਿਰ ਦਾ ਕਹਿਰ ਲਗਾਤਾਰ ਜਾਰੀ ਹੈ। ਪੰਜਾਬ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਵੀ 24 ਤਰੀਕ ਤੋਂ ਸ਼ੁਰੂ ਹੋ ਜਾਣਗੀਆਂ, ਯਾਨੀ ਕਿ ਪਰਸੋਂ ਤੋਂ ਲੈ ਕੇ 31 ਦਸੰਬਰ ਤੱਕ ਛੁੱਟੀਆਂ ਰਹਿਣਗੀਆਂ। ਬੰਗਾ ਤੇ ਪਟਿਆਲਾ ਨੇੜੇ ਸੜਕ ਹਾਦਸਿਆਂ ਦੇ ਵਿੱਚ 7 ਜਣਿਆਂ ਦੀ ਮੌਤ ਹੋ ਗਈ ਹੈ। ਬੰਗਾ ਦੇ ਵਿੱਚ ਮਾਂ ਪੁੱਤ ਸਣੇ 4 ਮੌਤਾਂ ਤੇ ਪਟਿਆਲੇ ਦੇ ਵਿੱਚ 3 ਨੌਜਵਾਨਾਂ ਦੀ ਮੌਤ ਹੋ ਗਈ ਹੈ। ਬੰਗਾ ਦੇ ਵਿੱਚ ਸੜਕ ਹਾਦਸਾ ਜਿਹੜਾ ਵਾਪਰਿਆ ਉਹ ਤਾਂ ਬੜਾ ਦਰਦਨਾਕ ਦੱਸਿਆ ਜਾ ਰਿਹਾ ਹੈ, ਕਿਉਂਕਿ ਬੰਗਾ ਦੇ ਨੇੜਲੇ ਪਿੰਡ ਧਮਾਈ ਦਾ ਰਹਿਣ ਵਾਲਾ ਰੋਹਿਤ ਕੁਮਾਰ ਹੈ ਜਿਹੜਾ ਉਹ ਮਲੇਸ਼ੀਆ ਤੋਂ ਵਾਪਸ ਆਏ ਆਪਣੇ ਭਰਾ ਨੂੰ ਲੈ ਕੇ ਘਰੇ ਜਾ ਰਿਹਾ ਸੀ। ਕਾਰ ਵਿੱਚ ਉਸ ਦੇ ਨਾਲ ਉਸਦੀ ਭੈਣ, ਭਾਣਜਾ, ਦੋਸਤ ਅਤੇ ਮਾਂ ਵੀ ਸੀ। ਇਹਨਾਂ ਦੀ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਹੈ ਜਿਹੜੀ ਉਹ ਸੜਕ ਕਿਨਾਰੇ ਖੱਡ ਵਿੱਚ ਜਾ ਡਿੱਗੀ ਤੇ ਇਹ ਦਰਦਨਾਕ ਹਾਦਸਾ ਵਾਪਰ ਗਿਆ। ਇਸੇ ਤਰ੍ਹਾਂ ਪਟਿਆਲਾ ਦੇ ਵਿੱਚ ਜਿਹੜਾ ਹਾਦਸਾ ਵਾਪਰਿਆ ਉਹਦੇ ਵਿੱਚ ਵੀ 3 ਨੌਜਵਾਨਾਂ ਦੀ ਮੌਤ ਹੋਈ ਹੈ। ਇਹਨਾਂ ਦੀ ਕਾਰ ਵੀ ਬੇਕਾਬੂ ਹੋ ਕੇ ਸੜਕ ਕਿਨਾਰੇ ਦਰਖਤ ਵਿੱਚ ਜਾ ਵੱਜੀ ਸੀ। ਉਧਰ ਰਾਜ ਸਭਾ ਦੇ ਵਿੱਚ ਵੀ ਬਿਨਾਂ ਬਹਿਸ ਤੋਂ ਚੋਣ ਸੁਧਾਰ ਬਿੱਲ ਪਾਸ ਕਰ ਦਿੱਤਾ ਗਿਆ ਹੈ। ਵੋਟਰ ਸੂਚੀਆਂ ਤੇ ਸ਼ਨਾਖਤੀ ਕਾਰਡ ਆਧਾਰ ਨਾਲ ਜੋੜੇ ਜਾਣ ਦਾ ਰਾਹ ਹੁਣ ਪੂਰੀ ਤਰ੍ਹਾਂ ਦੇ ਨਾਲ ਭਾਰਤ ਦੇ ਵਿੱਚ ਪੱਧਰਾ ਹੋ ਗਿਆ। ਵਿਰੋਧੀ ਧਿਰ ਨੇ ਸਦਨ ਦੇ ਵਿੱਚੋਂ ਵਾਕਆਊਟ ਕੀਤਾ ਕਿਉਂਕਿ ਇਸ ਬਿੱਲ ਦੇ ਉੱਤੇ ਨਾ ਹੀ ਤਾਂ ਬਹਿਸ ਕਰਵਾਈ ਗਈ, ਨਾ ਹੀ ਚਰਚਾ ਹੋਈ। ਇਸ ਤਰ੍ਹਾਂ ਲੜਕੀਆਂ ਦੇ ਵਿਆਹ ਦੀ ਉਮਰ 21 ਸਾਲ ਕਰਨ ਦਾ ਬਿੱਲ ਵੀ ਲੋਕ ਸਭਾ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਹੈ। 2 ਬਿੱਲ ਸਟੈਂਡਿੰਗ ਕਮੇਟੀਆਂ ਦੇ ਹਵਾਲੇ ਕਰ ਦਿੱਤੇ ਗਏ ਨੇ। ਵਿਰੋਧੀ ਧਿਰ ਦੇ ਹੰਗਾਮਿਆਂ ਦੇ ਬਾਵਜੂਦ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਚੋਣ ਸੁਧਾਰ ਬਿੱਲ ਅਤੇ ਲਖੀਮਪੁਰ ਖੀਰੀ ਕਤਲकांड ਦੇ ਬਿੱਲ ਤੇ ਚਰਚਾ ਲਈ ਨੋਟਿਸ ਹੈ ਜਿਹੜਾ ਉਹ ਦਿੱਤਾ ਸੀ ਦੋਵੇਂ ਸਦਨਾਂ ਦੇ ਵਿੱਚ, ਪਰ ਦੋਵੇਂ ਸਦਨਾਂ ਦੇ ਵਿੱਚ ਵਿਰੋਧੀ ਧਿਰ ਦੇ ਨੋਟਿਸ ਰੱਦ ਕਰ ਦਿੱਤੇ ਗਏ ਨੇ। ਉਧਰ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਡੈਰੇਕ ਓਬਰਾਇਨ ਨੂੰ ਰਾਜ ਸਭਾ ਦੇ ਵਿੱਚ ਸਦਨ ਦੀ ਰੂਲ ਬੁੱਕ ਆਸਨ ਵੱਲ ਸੁੱਟਣ ਕਾਰਨ ਬਾਕੀ ਰਹਿੰਦੇ ਸੈਸ਼ਨ ਦੇ ਲਈ ਮੁਅੱਤਲ ਕਰ ਦਿੱਤਾ ਗਿਆ। ਸੱਚਖੰਡ ਸ੍ਰੀ ਦਰਬਾਰ ਸਾਹਿਬ ਬੇਅਦਬੀ ਮਾਮਲੇ ਦੇ ਵਿੱਚ ਹਾਲੇ ਤੱਕ ਦੋਸ਼ੀ ਦੀ ਸ਼ਨਾਖਤ ਨਹੀਂ ਹੋ ਸਕੀ ਹੈ। ਹਾਲਾਂਕਿ ਮੁਲਜ਼ਮ ਦੀ ਇੱਕ ਹੋਰ ਵੀਡੀਓ ਸਾਹਮਣੇ ਜ਼ਰੂਰ ਆ ਗਈ ਹੈ। ਪੁਲਿਸ ਸੀਸੀਟੀਵੀ ਕੈਮਰਿਆਂ ਨੂੰ ਲਗਾਤਾਰ ਖੰਗਾਲ ਰਹੀ ਹੈ।
ਵੀਡੀਓ ਜਿਹੜੀ ਸਾਹਮਣੇ ਆਈ ਹੈ ਉਸ ਤੋਂ ਪਤਾ ਲੱਗਿਆ ਕਿ ਉਹ 17 ਦਸੰਬਰ ਯਾਨੀ ਕਿ ਸ਼ੁੱਕਰਵਾਰ ਨੂੰ ਵੀ ਅੰਮ੍ਰਿਤਸਰ ਦੇ ਵਿੱਚ ਹੀ ਸੀ ਤੇ ਸ਼ਨੀਚਰਵਾਰ ਨੂੰ ਉਸਨੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ। ਉਹ ਸ਼ੁੱਕਰਵਾਰ ਸਵੇਰੇ ਦਰਬਾਰ ਸਾਹਿਬ ਵੀ ਗਿਆ ਸੀ। ਸਾਰਾ ਦਿਨ ਹੀ ਲਗਭਗ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਰਿਹਾ, ਰਾਤ ਨੂੰ ਹੈਰੀਟੇਜ ਸਟਰੀਟ ਦੇ ਵਿੱਚ ਦਿਖਾਈ ਦਿੱਤਾ ਸੀ ਤੇ ਫਿਰ 18 ਦਸੰਬਰ ਨੂੰ ਉਸਨੇ ਮੰਦਭਾਗੀ ਘਟਨਾ ਨੂੰ ਅੰਜਾਮ ਦੇ ਦਿੱਤਾ ਤੇ ਉਸ ਦਿਨ ਵੀ ਉਹ ਸਾਰਾ ਦਿਨ ਕੰਪਲੈਕਸ ਦੇ ਵਿੱਚ ਹੀ ਰਿਹਾ ਤੇ ਹੁਣ ਪੁਲਿਸ 16 ਦਸੰਬਰ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਹੈ ਜਿਹੜੀ ਉਹ ਘੋਖ ਰਹੀ ਹੈ। ਪੁਲਿਸ ਨੇ ਦੱਸਿਆ ਕਿ ਹਾਲੇ ਤੱਕ ਸਾਨੂੰ ਇਸ ਦੀ ਸ਼ਨਾਖਤ ਦਾ ਕੋਈ ਸੁਰਾਗ ਨਹੀਂ ਲੱਭਿਆ ਤੇ ਉਧਰ 72 ਘੰਟੇ ਦਾ ਸਮਾਂ ਖਤਮ ਹੋ ਚੁੱਕਿਆ ਇਸ ਦੀ ਮੌਤ ਹੋਈ ਨੂੰ ਤੇ ਅੱਜ ਇਸ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਜਾਊਗਾ, ਜਿਸ ਤੋਂ ਬਾਅਦ ਮੌਤ ਦੇ ਕਾਰਨਾਂ ਬਾਰੇ ਵੀ ਪਤਾ ਲੱਗੇਗਾ। ਕੱਲ ਐਸਜੀਪੀਸੀ ਵੱਲੋਂ ਰਖਵਾਏ ਗਏ ਪਛਤਾਪ ਸਮਾਗਮ ਦੇ ਮੁਤਾਬਿਕ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਜਿਸ ਮੌਕੇ ਸੁਖਬੀਰ ਬਾਦਲ ਵੀ ਪਹੁੰਚੇ। ਸੁਖਬੀਰ ਨੇ ਜਿਹੜੀ ਸਿੱਟ ਹੈ ਉਸ ਤੇ ਸਵਾਲ ਚੁੱਕੇ ਨੇ, ਜਿਹੜੀ ਸਿੱਟ ਸਰਕਾਰ ਦੇ ਵੱਲੋਂ ਬਣਾਈ ਗਈ ਹੈ। ਸੁਖਬੀਰ ਨੇ ਮੌਜੂਦਾ ਜਾਂ ਸਾਬਕਾ ਜੱਜ ਦੀ ਅਗਵਾਈ ਵਿੱਚ ਜਾਂਚ ਕਮਿਸ਼ਨ ਕਾਇਮ ਕਰਨ ਦੀ ਮੰਗ ਕੀਤੀ ਹੈ। ਉਧਰ ਬਹਿਬਲ ਕਲਾਂ ਦੇ ਵਿੱਚ ਗੋਲੀ ਕਾਂਡ ਦੇ ਪੀੜਤ ਪਰਿਵਾਰਾਂ ਦਾ ਧਰਨਾ ਲਗਾਤਾਰ ਜਾਰੀ ਹੈ ਤੇ ਇਸ ਕਾਂਡ ਦੇ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਪੁਲਿਸ ਅਧਿਕਾਰੀਆਂ ਨੇ ਕੱਲ ਫਰੀਦਕੋਟ ਦੇ ਵਿੱਚ ਚੱਲਦੇ ਮੁਕੱਦਮੇ 'ਚ ਅਰਜ਼ੀ ਦੇ ਕੇ ਫਰਵਰੀ 2022 ਤੱਕ ਬਹਿਬਲ ਕਲਾਂ ਗੋਲੀकांड ਦੀ ਸੁਣਵਾਈ ਮੁਲਤਵੀ ਕਰਨ ਦੀ ਮੰਗ ਕੀਤੀ ਹੈ। ਹਵਾਲਾ ਉਹਨਾਂ ਨੇ ਦਿੱਤਾ ਹੈ, ਕਾਰਨ ਦਿੱਤਾ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬਹਿਬਲ ਕਲਾਂ ਗੋਲੀकांड ਵਿੱਚ ਮੁਲਜ਼ਮ ਵਜੋਂ ਨਾਮਜ਼ਦ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਫਰਵਰੀ 2022 ਤੱਕ ਅਦਾਲਤਾਂ ਵਿੱਚ ਪੇਸ਼ ਹੋਣ ਤੋਂ ਛੋਟ ਦਿੱਤੀ ਹੈ। ਇਸ ਕਰਕੇ ਬਾਕੀ ਸਾਰੇ ਮੁਲਜ਼ਮਾਂ ਨੂੰ ਵੀ ਇਹ ਛੋਟ ਮਿਲਣੀ ਚਾਹੀਦੀ ਹੈ, ਕਿਉਂਕਿ ਜਿੰਨਾ ਚਿਰ ਸਾਰੇ ਮੁਲਜ਼ਮ ਨੇ ਜਿਹੜੇ ਉਹ ਅਦਾਲਤਾਂ ਦੇ ਵਿੱਚ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਚੱਲੇਗੀ ਉਦੋਂ ਤੱਕ ਇਹਦਾ ਨਿਬੇੜਾ ਤਾਂ ਹੋ ਹੀ ਨਹੀਂ ਸਕਦਾ। ਤੇ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਮੁਲਜ਼ਮਾਂ ਦੀ ਮੰਗ ਨੂੰ ਗੈਰ ਕਾਨੂੰਨੀ ਦੱਸਿਆ। ਉਹਨਾਂ ਨੇ ਅਦਾਲਤ ਵਿੱਚ ਕਿਹਾ ਸਰਕਾਰ ਨੇ ਕਿ ਜੇ ਸੁਮੇਧ ਸੈਣੀ ਚਾਹਵੇ ਤਾਂ ਵੀਡੀਓ ਕਾਨਫਰੰਸ ਰਾਹੀਂ ਅਦਾਲਤੀ ਪ੍ਰਕਿਰਿਆ ਦੇ ਵਿੱਚ ਸ਼ਾਮਲ ਹੋ ਸਕਦਾ ਹੈ। ਨਵਜੋਤ ਸਿੰਘ ਸਿੱਧੂ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀकांड ਦੇ ਪੀੜਤਾਂ ਨੂੰ ਨੌਕਰੀ ਦੇਣ ਦੀ ਮੰਗ ਕਰ ਰਹੇ ਨੇ। ਇਸ ਸੰਬੰਧੀ ਉਹਨਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚਿੱਠੀ ਲਿਖੀ ਹੈ। ਇਸੇ ਦਰਮਿਆਨ ਨਵਜੋਤ ਸਿੰਘ ਸਿੱਧੂ ਨੇ ਕੱਲ ਦੇਰ ਸ਼ਾਮ ਡੇਰਾ ਬਿਆਸ ਵੀ ਹਾਜ਼ਰੀ ਭਰੀ ਹੈ। ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਬੰਦ ਕਮਰਾ ਮੁਲਾਕਾਤ ਹੋਣ ਦੀ ਜਾਣਕਾਰੀ ਮਿਲੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 2 ਸੰਵਿਧਾਨ ਰੱਖਣ ਦੇ ਮਾਮਲੇ ਦੇ ਵਿੱਚ ਕੱਲ ਵੀ ਪ੍ਰਕਾਸ਼ ਸਿੰਘ ਬਾਦਲ ਹੁਸ਼ਿਆਰਪੁਰ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਏ। ਉਹਨਾਂ ਦੇ ਵਕੀਲਾਂ ਨੇ ਬਾਦਲ ਦੀ ਖਰਾਬ ਸਿਹਤ ਦਾ ਹਵਾਲਾ ਦਿੱਤਾ ਤੇ ਹੁਣ ਅਦਾਲਤ ਨੇ 18 ਜਨਵਰੀ ਨੂੰ ਬਾਦਲ ਨੂੰ ਨਿੱਜੀ ਤੌਰ ਤੇ ਹੁਸ਼ਿਆਰਪੁਰ ਅਦਾਲਤ ਵਿੱਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਨੇ। ਹੁਣ ਤਸਵੀਰਾਂ ਤੁਹਾਨੂੰ ਦਿਖਾਉਣੇ ਹਾਂ ਪੰਜਾਬ ਦੇ ਉਹਨਾਂ ਸੰਘਰਸ਼ੀ ਕੱਚੇ ਅਧਿਆਪਕਾਂ ਦੀਆਂ, ਜਿਨ੍ਹਾਂ ਨੇ ਹੁਣ ਖਰੜ ਮੋਹਾਲੀ ਹਾਈਵੇ ਤੇ ਧਰਨਾ ਲਾ ਦਿੱਤਾ। ਕੜਾਕੇ ਦੀ ਠੰਡ ਦੇ ਵਿੱਚ ਰਾਤ ਨੂੰ ਵੀ ਅਧਿਆਪਕ ਉੱਥੇ ਬੈਠੇ ਰਹੇ ਨੇ। ਦਰਅਸਲ ਉਹੀ ਅਧਿਆਪਕ ਨੇ ਜਿਹੜੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਹਰ 16 ਜੂਨ ਤੋਂ ਲੈ ਕੇ ਲਗਾਤਾਰ ਪੱਕੇ ਮੋਰਚੇ ਤੇ ਬੈਠੇ ਨੇ ਤੇ ਹਾਲੇ ਤੱਕ ਇਹਨਾਂ ਕੱਚੇ ਅਧਿਆਪਕਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਨੇ। ਕੀ ਕੁਛ ਇਹਨਾਂ ਦੀਆਂ ਮੰਗਾਂ ਨੇ, ਉਹਦੇ ਲਈ ਅਸੀਂ ਤੁਹਾਨੂੰ ਇੱਕ ਆਡੀਓ ਸੁਣਾਉਂਦੇ ਹਾਂ ਜਿਹੜੀ ਕਿ ਖਰੜ ਮੋਹਾਲੀ ਹਾਈਵੇ ਤੇ ਲੱਗੇ ਧਰਨੇ ਵਿੱਚ ਬੈਠੀ ਇੱਕ ਅਧਿਆਪਕਾ ਦੀ ਹੈ। 6 ਮਹੀਨੇ ਹੋ ਗਏ ਜੀ ਸਾਡੇ ਜੀ ਪੰਜਾਬ ਬੋਰਡ ਦੇ ਅੱਗੇ ਧਰਨਾ ਲੱਗਿਆ ਹੋਇਆ। ਪੰਜਾਬ ਬੋਰਡ ਸਿੱਖਿਆ ਬੋਰਡ ਦੇ ਅੱਗੇ ਸਾਡਾ ਧਰਨਾ ਲੱਗਿਆ ਹੋਇਆ ਹੈ। 5 ਯੂਨੀਅਨਾਂ ਨੇ, AI, STR, EGS, ਸਿੱਖਿਆ ਪ੍ਰੋਵਾਈਡਰ, IVs ਯੂਨੀਅਨ। 6 ਮਹੀਨੇ ਹੋ ਗਏ ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਹੈਗੀ। ਬਥੇਰੀ ਵਾਰ ਸਾਨੂੰ ਮੀਟਿੰਗਾਂ ਮਿਲੀਆਂ, ਸਿੱਖਿਆ ਮੰਤਰੀ ਤੋਂ ਮਿਲ ਲਈਆਂ, CM ਨੇ ਦੇਤੀਆਂ, ਪਰ ਸਾਡਾ ਹੁਣ ਤੱਕ ਕਿਸੇ ਨੇ ਕੋਈ ਹੱਲ ਨਹੀਂ ਕੀਤਾ ਹੈਗਾ। 18 ਸਾਲ ਹੋ ਗਏ ਸਾਨੂੰ ਕੱਚੇ ਮੁਲਾਜ਼ਮਾਂ ਨੂੰ ਧੱਕੇ ਖਾਂਦਿਆਂ ਨੂੰ। 5,500 6,000 ਤੇ ਅਸੀਂ ਕੰਮ ਕਰਦੇ ਪਏ ਹਾਂ, ਪਰ ਸਾਡੀ ਅੱਜ ਤੱਕ ਕਿਸੇ ਨੇ ਨਹੀਂ ਸੁਣੀ ਹੈਗੀ। ਕੇਜਰੀਵਾਲ ਜੀ ਸਾਡੇ ਧਰਨੇ ਦੇ ਵਿੱਚ ਆ ਕੇ ਗਏ ਨੇ, ਉਹਨਾਂ ਨੇ ਸਾਨੂੰ ਬਹੁਤ ਕਿਹਾ ਕਿ ਸਾਨੂੰ ਵੋਟਾਂ ਪਾਓ, ਅਸੀਂ ਤੁਹਾਨੂੰ ਪੱਕੇ ਕਰਾਂਗੇ, ਪਰ ਕਾਂਗਰਸ ਸਰਕਾਰ ਨੇ ਅੱਜ ਤੱਕ ਸਾਡਾ ਕੋਈ ਹੱਲ ਨਹੀਂ ਕੀਤਾ। ਪਹਿਲਾਂ ਅਕਾਲੀਆਂ ਨੇ ਸਾਨੂੰ ਰੋਲਿਆ ਤੇ ਹੁਣ ਸਾਨੂੰ ਕਾਂਗਰਸ ਸਰਕਾਰ ਰੋਲਦੀ ਪਈ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕੜਾਕੇ ਦੀ ਠੰਡ ਦੇ ਵਿੱਚ ਮਹਿਲਾ ਅਧਿਆਪਕਾਂ ਦੇ ਨਾਲ ਪੁਰਸ਼ ਅਧਿਆਪਕ ਨੇ ਜਿਹੜੇ ਵੱਡੀ ਗਿਣਤੀ ਵਿੱਚ ਇੱਥੇ ਮੌਜੂਦ ਨੇ ਤੇ ਠੰਡ ਦੇ ਵਿੱਚ ਉਹ ਮੋਰਚੇ ਦੇ ਉੱਤੇ ਡਟੇ ਬੈਠੇ ਨੇ। ਇਹਨਾਂ ਅਧਿਆਪਕਾਂ ਦੇ ਧਰਨੇ ਦੇ ਕਾਰਨ ਕੱਲ ਏਅਰਪੋਰਟ ਰੋਡ ਤੇ ਮੋਹਾਲੀ ਦੇ ਕਈ ਸੜਕਾਂ ਦੇ ਉੱਤੇ ਲਗਾਤਾਰ ਜਾਮ ਲੱਗੇ ਰਹੇ। ਜਿਹੜੀ ਆਵਾਜਾਈ ਹੈ ਉਹ ਕਾਫੀ ਪ੍ਰਭਾਵਿਤ ਰਹੀ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਦੇ ਬਿਕਰਮ ਸਿੰਘ ਮਜੀਠੀਆ, ਉਹਨਾਂ ਦੇ ਖਿਲਾਫ ਪੰਜਾਬ ਸਰਕਾਰ ਨੇ ਅਪਰਾਧਿਕ ਕੇਸ ਦਰਜ ਕੀਤਾ ਹੈ। ਅਕਾਲੀ ਲੀਡਰ ਦੇ ਖਿਲਾਫ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੀ ਫੇਸ 4 ਸਥਿਤ ਬਿਊਰੋ ਆਫ ਇਨਵੈਸਟੀਗੇਸ਼ਨ ਥਾਣੇ ਦੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ। FIR ਦੀ ਕਾਪੀ ਵੀ ਸਾਹਮਣੇ ਆ ਗਈ ਹੈ, ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ 20 ਦਸੰਬਰ ਨੂੰ ਦੁਪਹਿਰੇ 1 ਵਜੇ ਮਜੀਠੀਆ ਦੇ ਖਿਲਾਫ ਪਰਚਾ ਦਰਜ ਹੋਇਆ ਹੈ। NDPS ਦੀ ਧਾਰਾ 25, 27A ਤੇ 29 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਪੁਲਿਸ ਦੇ ਮੁਤਾਬਿਕ ਮਾਮਲਾ ਗੰਭੀਰ ਹੈ, ਹੋ ਸਕਦਾ ਹੈ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਜਾਵੇ। ਹਾਲਾਂਕਿ FIR ਦੀ ਕਾਪੀ ਪੜਨ ਤੋਂ ਬਾਅਦ ਇਹ ਮਹਿਸੂਸ ਹੁੰਦਾ ਹੈ ਕਿ ਮਜੀਠੀਆ ਦੇ ਖਿਲਾਫ ਕੇਸ ਦਰਜ ਕਰਕੇ ਬਹੁਤ ਵੱਡੀ ਤੋਪ ਨਹੀਂ ਚਲਾਈ ਗਈ ਹੈ, ਸਿਰਫ ਸਵਾਲ ਨੇ ਜਿਹੜੇ ਉਹ ਚੁੱਕੇ ਗਏ ਨੇ। ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਕਾਫੀ ਸਮੇਂ ਤੋਂ ਮਜੀਠੀਆ ਤੇ ਲਗਾਤਾਰ ਕਥਿਤ ਦੋਸ਼ ਲੱਗਦੇ ਆ ਰਹੇ ਨੇ। ਨਸ਼ਾ ਤਸਕਰੀ ਮਾਮਲੇ ਦੇ ਵਿੱਚ ਜੇਲ੍ਹ 'ਚ ਸਜ਼ਾ ਭੁਗਤ ਰਹੇ ਪੰਜਾਬ ਪੁਲਿਸ ਦੇ ਬਰਖਾਸਤ DSP ਅਤੇ ਕੌਮਾਂਤਰੀ ਭਲਵਾਨ ਜਗਦੀਸ਼ ਭੋਲਾ ਨੇ ਕੇਸ ਦੀ ਸੁਣਵਾਈ ਦੌਰਾਨ ਕਈ ਸਿਆਸੀ ਲੀਡਰਾਂ ਦੇ ਨਾਵਾਂ ਦਾ ਜ਼ਿਕਰ ਕੀਤਾ ਸੀ ਤੇ ਨਸ਼ਿਆਂ ਖਿਲਾਫ ਬਣੀ ਸਿੱਟ ਦੇ ਇੱਕ ਸੀਨੀਅਰ ਮੈਂਬਰ ਨੇ ਵੀ ਆਪਣੀ ਰਿਪੋਰਟ ਦੇ ਵਿੱਚ ਸਿਆਸੀ ਲੀਡਰ ਦੇ ਨਾਂ ਦਾ ਵੇਰਵਾ ਦਰਜ ਕੀਤਾ ਸੀ, ਜਿਸ ਦਾ ਨਾਮ ਬਿਕਰਮ ਸਿੰਘ ਮਜੀਠੀਆ ਹੀ ਸੀ। ਬਿਕਰਮ ਸਿੰਘ ਮਜੀਠੀਆ ਦਾ ਨਾਮ ਖਾਸ ਤੌਰ ਤੇ ਜਗਦੀਸ਼ ਭੋਲਾ ਦੇ ਵੱਲੋਂ ਲਏ ਜਾਣ ਤੋਂ ਬਾਅਦ ਉਜਾਗਰ ਹੋਇਆ ਸੀ ਤੇ ਵੀਡੀਓ ਉਦੋਂ ਦਾ ਹੈ ਜਦੋਂ ਜਗਦੀਸ਼ ਭੋਲਾ ਨੇ 2013 ਦੇ ਵਿੱਚ ਬਿਕਰਮ ਮਜੀਠੀਆ ਦੇ ਨਾਮ ਦਾ ਖੁਲਾਸਾ ਕੀਤਾ ਸੀ, ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਭੁਚਾਲ ਆ ਗਿਆ ਸੀ। 40 ਦਿਨ ਸੀ ਸਟਾਫ ਦੇ ਵਿੱਚ ਰਹੇ, ਜਦੋਂ ਮਜੀਠੀਆ ਸਾਹਿਬ ਦਾ ਨਾਮ ਆ ਜਾਂਦਾ ਸੀ ਉਦੋਂ ਬਾਅਦ ਬੰਦ ਹੋ ਜਾਂਦਾ ਬਿਕਰਮ ਮਜੀਠੀਆ ਦਾ ਨਹੀਂ ਲੈ ਰਹੇ ਹਾਂ ਤਾਂ ਮੈਂ ਸਰੀ ਨਾਮ ਲੈ ਰਿਹਾ ਨਾ, ਉੱਥੇ CI ਸਟਾਫ ਦੇ ਵਿੱਚ ਆਉਂਦਾ ਸੀ, ਉਹ ਤੋਂ ਬਾਅਦ ਬੰਦ ਹੋ ਜਾਂਦਾ। ਅੱਗੇ ਪੁਲਿਸ ਗੱਲ ਨਹੀਂ ਕਰਦੀ, ਕਾਰਵਾਈ ਕੋਈ ਨਹੀਂ ਪਾਉਂਦੀ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਖਾਸ ਤੌਰ ਤੇ ਨਸ਼ਾ ਤਸਕਰੀ ਕੇਸ ਦੇ ਵਿੱਚ ਬਿਕਰਮ ਮਜੀਠੀਆ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕਰਦੇ ਆ ਰਹੇ ਸੀ। ਇਸ ਦੇ ਨਾਲ ਹੀ ਭਗਵੰਤ ਮਾਨ ਵੀ ਇਹ ਮੰਗ ਲਗਾਤਾਰ ਕਰਦੇ ਆ ਰਹੇ ਨੇ। ਨਵਜੋਤ ਸਿੰਘ ਸਿੱਧੂ ਤਾਂ ਮੀਡੀਆ ਦੇ ਵਿੱਚ ਇਹ ਵੀ ਦਾਅਵਾ ਕਰ ਚੁੱਕੇ ਨੇ ਕਿ STF ਦੀ ਰਿਪੋਰਟ ਦੇ ਵਿੱਚ ਮਜੀਠੀਆ ਦਾ ਨਾਮ ਸ਼ਾਮਿਲ ਹੈ। ਹਾਲ ਹੀ ਵਿੱਚ ਪੰਜਾਬ ਦੇ ਕਾਰਜਕਾਰੀ DGP ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਲਾਂਭੇ ਕਰਕੇ ਸੀਨੀਅਰ IPS ਅਧਿਕਾਰੀ ਸਿਧਾਰਥ ਚੱਟੋਪਾਧਿਆਏ ਨੂੰ ਕਾਰਜਕਾਰੀ DGP ਨਿਯੁਕਤ ਕਰ ਦਿੱਤਾ ਗਿਆ ਹੈ। ਨਿਯੁਕਤੀ ਤੋਂ ਬਾਅਦ ਚੰਨੀ ਸਰਕਾਰ ਦੀ ਨਸ਼ਿਆਂ ਦੇ ਮਾਮਲੇ ਵਿੱਚ ਸਿਆਸੀ ਲੀਡਰਾਂ ਦੇ ਖਿਲਾਫ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਕਹੀ ਜਾ ਸਕਦੀ ਹੈ। ਇਸ ਮਾਮਲੇ ਦੇ ਵਿੱਚ ਸਿੱਟ ਦਾ ਗਠਨ ਵੀ ਕਰ ਦਿੱਤਾ ਗਿਆ ਹੈ। ਸਿੱਟ ਦੇ ਵਿੱਚ 3 ਮੈਂਬਰ ਸ਼ਾਮਲ ਕੀਤੇ ਗਏ ਨੇ। ਇਹਨਾਂ ਦੇ ਵਿੱਚ AIG ਬਲਰਾਜ ਸਿੰਘ, DSP ਰਾਜੇਸ਼ ਕੁਮਾਰ ਤੇ DSP ਕੁਲਵੰਤ ਸਿੰਘ ਸ਼ਾਮਿਲ ਨੇ। ਸੋ ਇਹ ਜਦੋਂ ਕੇਸ ਦਰਜ ਕੀਤਾ ਗਿਆ ਹੈ, ਪੰਜਾਬ ਦੀ ਸਿਆਸਤ ਦੇ ਵਿੱਚ ਤਰਥੱਲੀ ਮਚ ਗਈ ਹੈ। ਸ਼੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਦੇ ਨਾਲ ਤੜਫ ਉੱਠਿਆ। ਪ੍ਰੈਸ ਕਾਨਫਰੰਸਾਂ ਕੀਤੀਆਂ ਗਈਆਂ। ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਬਾਦਲ ਸਭ ਦੇ ਵੱਲੋਂ ਬਿਆਨ ਦਿੱਤੇ ਗਏ ਨੇ। ਬਿਕਰਮ ਸਿੰਘ ਮਜੀਠੀਆ ਸ਼ਾਇਦ ਕਿਤੇ ਰੂਪੋਸ਼ ਹੋ ਗਏ ਨੇ, ਇਹ ਵੀ ਖਬਰਾਂ ਕਈ ਥਾਵਾਂ ਤੇ ਚੱਲ ਰਹੀਆਂ ਨੇ। ਇਸੇ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਆਪਣੇ ਸੋਸ਼ਲ ਮੀਡੀਆ ਰਾਹੀਂ। ਚੰਨੀ ਲਿਖਦੇ ਨੇ, ਜਿਨ੍ਹਾਂ ਮਾਵਾਂ ਦੇ ਪੁੱਤਰ ਨਸ਼ੇ ਦੀ ਭੇਂਟ ਚੜ ਗਏ, ਜਿਨ੍ਹਾਂ ਨੌਜਵਾਨਾਂ ਦੀਆਂ ਨਸ਼ਿਆਂ ਨਾਲ ਜ਼ਿੰਦਗੀਆਂ ਗਲ ਗਈਆਂ, ਜਿਹੜੇ ਪਰਿਵਾਰ ਨਸ਼ਿਆਂ ਦੇ ਨਾਲ ਬਰਬਾਦ ਹੋ ਗਏ, ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਪੰਜਾਬ ਜਿਹਦੇ ਵਿੱਚ ਨਸ਼ੇ ਫੈਲਾਏ ਗਏ, ਅੱਜ ਉਹਨਾਂ ਮਾਵਾਂ ਨੌਜਵਾਨਾਂ ਪਰਿਵਾਰਾਂ ਤੇ ਪੰਜਾਬ ਨੂੰ ਬਰਬਾਦੀ ਦੀ ਰਾਹ ਤੇ ਤੋਰਨ ਵਾਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਸ਼ੁਰੂਆਤ ਹੋਈ ਹੈ। ਮਾਨਯੋਗ ਹਾਈ ਕੋਰਟ ਦੇ ਆਦੇਸ਼ਾਂ ਮੁਤਾਬਿਕ ਤਿਆਰ ਹੋਈ STF ਦੀ ਨਸ਼ਿਆਂ ਦੇ ਸੌਦਾਗਰਾਂ ਖਿਲਾਫ ਰਿਪੋਰਟ ਤੇ ਬਿਕਰਮ ਮਜੀਠੀਆ ਖਿਲਾਫ FIR ਕ੍ਰਾਈਮ ਬ੍ਰਾਂਚ ਮੋਹਾਲੀ ਦੇ ਵਿੱਚ ਦਰਜ ਕੀਤੀ ਗਈ ਹੈ। ਪੰਜਾਬ ਸਰਕਾਰ ਨਸ਼ੇ ਫੈਲਾਉਣ ਵਾਲੇ ਨਸ਼ਿਆਂ ਦੇ ਸੌਦਾਗਰਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਤੇ ਪੰਜਾਬੀਆਂ ਨੂੰ ਇਨਸਾਫ ਦਿਵਾਉਣ ਦੇ ਲਈ ਵਚਨਬੱਧ ਹੈ। ਬਹੁਤ ਵੱਡੀ ਲੜਾਈ ਹੈ। ਮੈਂ ਇਹਦੇ ਵਿੱਚ ਸਾਰੇ ਪੰਜਾਬੀਆਂ ਨੂੰ ਸਾਥ ਦੇਣ ਦੀ ਅਪੀਲ ਕਰਦਾ। ਚਰਨਜੀਤ ਸਿੰਘ ਚੰਨੀ, ਮੁੱਖ ਮੰਤਰੀ ਪੰਜਾਬ। ਸੋ ਇਹ ਖਾਸ ਨੋਟ ਹੈ ਜਿਹੜਾ ਮੁੱਖ ਮੰਤਰੀ ਦੇ ਵੱਲੋਂ ਲਿਖ ਕੇ ਪਾਇਆ ਗਿਆ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਟਵੀਟ ਕੀਤਾ ਹੈ। ਕਹਿੰਦੇ, ਜੇ ਪਹਿਲਾਂ ਹੀ ਕਿਸੇ ਇਮਾਨਦਾਰ ਅਫਸਰ ਨੂੰ ਲਾਇਆ ਹੁੰਦਾ ਤਾਂ ਕਾਰਵਾਈ ਕਦੋਂ ਦੀ ਹੋ ਜਾਣੀ ਸੀ। ਟਵੀਟ ਕਰਨ ਦੇ ਨਾਲ ਨਾਲ ਨਵਜੋਤ ਸਿੰਘ ਸਿੱਧੂ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵਿੱਚ ਕਿਸੇ ਪ੍ਰੋਗਰਾਮ ਤੇ ਪਹੁੰਚੇ ਹੋਏ ਸੀ। ਉੱਥੇ ਉਹਨਾਂ ਨੇ ਫਿਰ ਪ੍ਰੈਸ ਨੂੰ ਵੀ ਸੰਬੋਧਨ ਕੀਤਾ ਤੇ ਹੀ ਗੱਲਾਂ ਬਾਤਾਂ ਕੀਤੀਆਂ। ਸਿੱਧੂ ਨੇ ਲਿਖਿਆ ਕਿ ਬਾਦਲ ਪਰਿਵਾਰ ਤੇ ਕੈਪਟਨ ਵੱਲੋਂ ਚਲਾਏ ਜਾਂਦੇ ਭ੍ਰਿਸ਼ਟ ਸਿਸਟਮ ਖਿਲਾਫ ਲੜਾਈ ਦੇ 5.5 ਸਾਲ ਬਾਅਦ ਤੇ ਮਜੀਠੀਆ ਖਿਲਾਫ ED ਤੇ STF ਦੀਆਂ ਰਿਪੋਰਟਾਂ ਤੇ ਐਕਸ਼ਨ ਲਏ ਬਗੈਰ ਦੇਰੀ ਹੋਈ ਹੈ। ਆਖਿਰਕਾਰ ਹੁਣ ਭਰੋਸੇਯੋਗ ਅਫਸਰਾਂ ਦੇ ਆਉਣ ਨਾਲ ਪਹਿਲਾ ਕਦਮ ਪੁੱਟਿਆ ਹੈ। ਉਹਨਾਂ ਨੇ ਕਿਹਾ ਕਿ FIR ਦਰਜ ਹੋ ਚੁੱਕੀ ਹੈ। ਇਸ ਦਾ ਆਧਾਰ ਫਰਵਰੀ 2018 ਦੀ STF ਦੀ ਰਿਪੋਰਟ ਹੀ ਹੈ। ਮੈਂ ਇਹਦੀ ਡਿਮਾਂਡ 4 ਸਾਲ ਪਹਿਲਾਂ ਕੀਤੀ ਸੀ। ਇਹ ਉਹਨਾਂ ਪਾਵਰਫੁਲ ਤਾਕਤਵਰ ਲੋਕਾਂ ਦੇ ਮੂੰਹ ਤੇ ਚਪੇੜ ਹੈ ਜੋ ਸਾਲਾਂ ਤੱਕ ਇਸ ਮਸਲੇ ਤੇ ਸੁੱਤੇ ਰਹੇ। ਇਨਸਾਫ ਉਦੋਂ ਤੱਕ ਨਹੀਂ ਮਿਲੇਗਾ ਜਦੋਂ ਤੱਕ ਡਰੱਗ ਮਾਫੀਆ ਦੇ ਮੁੱਖ ਮੁਲਜ਼ਮਾਂ ਨੂੰ ਸਜ਼ਾ ਨਹੀਂ ਦਿੱਤੀ ਜਾਂਦੀ। ਇਹ ਸਿਰਫ ਪਹਿਲਾ ਕਦਮ ਹੈ। ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਕੋਈ ਬਦਲਾਖੋਰੀ ਦੀ ਭਾਵਨਾ ਨਹੀਂ ਹੈ। ਅਸੀਂ ਕਾਨੂੰਨੀ ਤੌਰ ਤੇ ਕਾਰਵਾਈ ਕਰ ਰਹੇ ਹਾਂ। ਜੇ ਗ੍ਰਿਫਤਾਰੀ ਦੀ ਲੋੜ ਹੋਈ ਤਾਂ ਮਜੀਠੀਆ ਗ੍ਰਿਫਤਾਰ ਵੀ ਹੋਵੇਗਾ। ਇਸ ਮਾਮਲੇ ਵਿੱਚ ਕਾਲੀਆਂ ਭੇਡਾਂ ਦੇ ਖਿਲਾਫ ਵੀ ਕਾਰਵਾਈ ਹੋਏਗੀ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਅਸਥਾਨਾਂ ਦੀ ਚਿੱਠੀ ਕਿਵੇਂ ਲੀਕ ਹੋਈ, ਇਸ ਦੀ ਵੀ ਜਾਂਚ ਕਰਾਂਗੇ। ਜੋ ਕਾਨੂੰਨ ਦੇ ਮੁਤਾਬਕ ਹੋਈ ਜੀ, ਉਹਦੇ 'ਚ ਕੋਈ ਮਿਨਿਸਟਰ ਦਾ ਕਿਸੇ ਦਾ ਸਾਡਾ ਕੋਈ ਲੈਣ ਦੇਣ ਨਹੀਂ। ਜਿਹੜੀਆਂ ਕੋਈ ਹਾਈ ਕੋਰਟ ਦੇ ਵਿੱਚ ਆਬਜ਼ਰਵੇਸ਼ਨਸ ਆਈਆਂ, ਉਹਨਾਂ ਨੇ ਕਿਤੇ ਵੀ ਨਹੀਂ ਕਿਹਾ ਕਿ ਇਹ ਚੀਜ਼ਾਂ ਜਿਹੜੀਆਂ ਨੇ ਰੋਕੀਆਂ ਗਈਆਂ ਨੇ, ਔਰ ਉਹਨਾਂ ਨੇ ਕਿਹਾ ਕਿ ਇਹਦੀ ਥੋਰਲੀ ਇਨਕੁਆਇਰੀ ਜਾਂ ਇਨਵੈਸਟੀਗੇਸ਼ਨ ਕਿਸੇ ਨੇ ਰੋਕ ਨਹੀਂ ਲਾਈ। ਤੇ ਉਹ ਅਸੀਂ ਜੇ ਰੋਕ ਨਹੀਂ ਲੱਗੀ ਤੇ ਫਿਰ ਉਹਦੇ ਤੇ ਐਕਸ਼ਨ ਲੈਣਾ ਸਾਡੀ ਗਵਰਨਮੈਂਟ ਦਾ
ਜਾਂ ਉਹ ਡਿਪਾਰਟਮੈਂਟ ਦਾ ਕੰਮ ਹੈ। ਦੂਸਰੀ ਚੀਜ਼ ਜਿਹੜੀ ਹਰਪ੍ਰੀਤ ਸਿੱਧੂ ਦੀ ਰਿਪੋਰਟ ਸੀ, ਉਹਦੇ ਜਿਹਦੇ ਤੇ ਲਿਖਿਆ ਗਿਆ ਸੀ ਕਿ ਇਹਦੀ ਇਨਵੈਸਟੀਗੇਸ਼ਨ ਬਣਦੀ ਆ ਜੀ, ਔਰ BOI ਜਿਹੜੇ ਬਾਅਦ 'ਚ ਉਹਨਾਂ ਨੇ ਐਕਸ਼ਨ ਟੇਕਨ ਰਿਪੋਰਟ ਕਹੀ ਆ, ਉਹਦੇ ਵਿੱਚ ਉਸ ਵੇਲੇ ਦੇ ਹੋਮ ਸੈਕਟਰੀ ਔਰ DGP ਨੇ ਵਿੱਚ ਲਿਖਿਆ ਸੀ ਕਿ ਇਹਦੀ ਫਰਦਰ BOI ਤੋਂ ਇਨਵੈਸਟੀਗੇਸ਼ਨ ਜਿਹੜੀ ਬੰਦ ਹੈ। ਤਾਂ ਜੋ ਕੋਰਟ ਦੇ ਵਿੱਚ ਕਿਹਾ ਉਹ ਅਕੋਰਡਿੰਗਲੀ ਟੋਟਲੀ ਅਸੀਂ ਉਹਦੇ ਚੱਲੇ ਹਾਂ ਮੁਤਾਬਕ, ਉਹਦੇ ਤੋਂ ਬਾਹਰ ਕੋਈ ਨਹੀਂ। ਦੂਸਰਾ ਜਿਹੜਾ ਪੋਲੀਟੀਕਲ ਵੈਂਡੇਟਾ ਦੀ ਗੱਲ ਕੀਤੀ ਜਾਂਦੀ ਹੈ, ਬਿਲਕੁਲ ਕੋਈ ਪੋਲੀਟੀਕਲ ਵੈਂਡੇਟਾ ਨਹੀਂ। ਸਰਕਾਰ ਜਿਹੜੀ ਚੰਨੀ ਸਾਹਿਬ ਦੀ ਤੋਂ ਬਾਅਦ ਜਿਹੜੇ ਐਕਸ਼ਨ 'ਚ ਆਏ ਆ ਸਾਰੇ, ਬੇਅਦਬੀ ਦੀ ਲੈ ਲਓ ਜਾਂ ਇਹਨਾਂ ਦੀ ਨਸ਼ਿਆਂ ਦੇ ਖਿਲਾਫ ਲੈ ਲਓ, ਕੋਈ ਜਿਹੜੀ ਕੋਰਟਾਂ ਜਿਹੜੀਆਂ ਨੇ ਕਿਸੇ ਨੂੰ ਕੋਈ ਨਜਾਇਜ਼ ਤੰਗ ਨਹੀਂ ਕਰਦੀਆਂ। ਸਰਕਾਰ ਦੇ ਉੱਤੇ ਜਾਂ ਪੁਲਿਸ ਦੇ ਉੱਤੇ ਕੋਰਟ ਵੀ ਬੈਠੀ ਹੈ ਜਿਹਨੇ ਇਨਸਾਫ ਦੇਣਾ। ਹੁਣ ਗੱਲ ਕਰ ਲੈਂਦੇ ਹਾਂ ਅਕਾਲੀ ਦਲ ਦੀ। ਸ਼੍ਰੋਮਣੀ ਅਕਾਲੀ ਦਲ ਨੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ ਅਤੇ ਕਿਹਾ ਹੈ ਕਿ ਸਿਰਫ ਸਿਆਸੀ ਸਟੰਟ ਹੈਗਾ, ਇਹ ਜਿਹੜੀ ਕਾਰਵਾਈ ਬਿਲਕੁਲ ਝੂਠੀ ਕਾਰਵਾਈ ਹੈ, ਸਿਆਸੀ ਬਦਲਾਖੋਰੀ ਦੇ ਤਹਿਤ ਕੀਤੀ ਗਈ ਹੈ, ਝੂਠੇ ਕੇਸ ਫਸਾਉਣ ਦਾ ਇਲਜ਼ਾਮ ਲਾਇਆ ਹੈ ਅਕਾਲੀ ਦਲ ਨੇ। ਅਕਾਲੀ ਦਲ ਦੇ ਕਾਨੂੰਨੀ ਮਾਹਿਰਾਂ ਦੀ ਜਿਹੜੀ ਵਿਸ਼ੇਸ਼ ਟੀਮ ਹੈਗੀ ਹੈ, ਉਹ ਵੀ ਅਦਾਲਤ ਵਿੱਚ ਜਾਣ ਦੀ ਤਿਆਰੀ ਕਰ ਰਹੀ ਹੈ। ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਮਜੀਠੀਆ ਖਿਲਾਫ ਦਰਜ ਹੋਏ ਕੇਸ ਬਾਰੇ ਕਿਹਾ ਕਿ ਸਾਨੂੰ ਇਸ ਗੱਲ ਦਾ ਪਹਿਲਾਂ ਹੀ ਪਤਾ ਸੀ। ਕਾਂਗਰਸ ਸਰਕਾਰ ਬਦਲਾਖੋਰੀ ਦੇ ਰਾਹ ਤੇ ਚੱਲ ਪਈ ਹੈ। ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ 3 DGP ਬਦਲ ਦਿੱਤੇ ਨੇ, ਸਿਰਫ ਇਸੇ ਕਰਕੇ ਕਿ ਬਾਦਲਾਂ ਤੇ ਮਜੀਠੀਆ ਨੂੰ ਫੜ ਕੇ ਅੰਦਰ ਕਰੀਏ। ਇਸ ਤਰ੍ਹਾਂ ਦੀ ਬਦਲਾਖੋਰੀ ਦੀ ਨੀਤੀ ਜੋ ਸਰਕਾਰ ਕਰਦੀ ਹੈ, ਉਸ ਨੂੰ ਖਮਿਆਜ਼ਾ ਭੁਗਤਣਾ ਹੀ ਪੈਂਦਾ ਹੈ। ਯਾਨੀ ਕਿ ਬਾਦਲ ਦੇ ਕਹਿਣ ਦਾ ਮਤਲਬ ਹੈ ਕਿ ਜੇ ਸਿਆਸੀ ਬਦਲਾਖੋਰੀ ਹੁਣ ਤੁਸੀਂ ਕਰੋਗੇ ਤੇ ਜਦੋਂ ਸਾਡੀ ਸਰਕਾਰ ਆਊਗੀ ਤੇ ਅਸੀਂ ਤੁਹਾਡੇ ਖਿਲਾਫ ਕਰਾਂਗੇ। ਗੁਰੂ ਕੀ ਨਗਰੀ ਅੰਮ੍ਰਿਤਸਰ ਪਹੁੰਚੇ ਸੁਖਬੀਰ ਬਾਦਲ ਨੇ ਵੀ ਕਿਹਾ ਕਿ ਇਹ ਝੂਠਾ ਕੇਸ ਤਿਆਰ ਕੀਤਾ ਗਿਆ ਹੈ ਮਜੀਠੀਆ ਦੇ ਖਿਲਾਫ। ਮੁੱਖ ਮੰਤਰੀ, ਗ੍ਰਹਿ ਮੰਤਰੀ ਤੇ DGP ਨੇ ਝੂਠਾ ਕੇਸ ਬਣਾਇਆ ਹੈ। ਸੁਖਬੀਰ ਬਾਦਲ ਪਿਛਲੇ ਦਿਨਾਂ ਤੋਂ ਲਗਾਤਾਰ ਕਹਿ ਰਹੇ ਸੀ ਕਿ ਕਾਂਗਰਸ ਪਾਰਟੀ ਮਜੀਠੀਆ ਦੇ ਖਿਲਾਫ ਕੇਸ ਦਰਜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸੁਖਬੀਰ ਨੇ ਕਿਹਾ ਕਿ ਸੂਬੇ ਦੇ ਵਿੱਚ ਅਕਾਲੀ ਬਸਪਾ ਗੱਠਜੋੜ ਸਰਕਾਰ ਬਣਨ ਤੇ ਝੂਠੇ ਕੇਸ ਦਰਜ ਕਰਨ ਵਾਲੇ ਪੁਲਿਸ ਅਧਿਕਾਰੀ, ਝੂਠੇ ਕੇਸ ਬਣਾਉਣ ਵਾਲੇ ਸਿਆਸੀ ਲੀਡਰ ਤੇ ਹੋਰ ਬਖਸ਼ੇ ਨਹੀਂ ਜਾਣਗੇ। ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਸੰਬੰਧੀ ਪਛਤਾਤਾਪ ਦਿਵਸ ਦੇ ਵਿੱਚ ਸ਼ਾਮਿਲ ਹੋਣ ਆਏ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ 19 ਦਸੰਬਰ ਨੂੰ ਅਖੰਡ ਪਾਠ ਸਾਹਿਬ ਰਖਵਾਏ ਗਏ ਸੀ, ਜਿਨ੍ਹਾਂ ਦੇ ਭੋਗ 21 ਦਸੰਬਰ ਨੂੰ ਪਾਏ ਗਏ ਨੇ। ਸੁਖਬੀਰ ਨੇ ਕਿਹਾ ਕਿ ਮਜੀਠੀਆ ਖਿਲਾਫ ਜਿਹੜਾ ਕੇਸ ਦਰਜ ਕੀਤਾ ਗਿਆ ਹੈ, ਉਸ ਦੇ ਪਿੱਛੇ ਅਸੀਂ ਜਿਹੜੀ ਸਾਡੀ ਪਾਰਟੀ ਹੈ ਉਹ ਕਾਨੂੰਨੀ ਲੜਾਈ ਲੜੇਗੀ, ਲੋਕਾਂ ਦੀ ਕਚਹਿਰੀ ਦੇ ਵਿੱਚ ਵੀ ਜਾਵੇਗੀ। ਸਾਰੀ ਪੁਲਿਸ ਇੱਕ ਪਾਸੇ ਹੈ, ਕੱਲਾ DGP ਚਤਰਪਾਧਿਆਏ ਇੱਕ ਪਾਸੇ ਹੈ ਜਿਹੜਾ ਝੂਠਾ ਕੇਸ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਕਾਂਗਰਸ ਪਾਰਟੀ ਦਾ ਚੈਲੰਜ ਕਬੂਲਦੀ ਹੈ। ਅਸੀਂ ਲੀਗਲ ਬੈਟਲ ਵੀ ਲੜਾਂਗੇ ਤੇ ਪੰਜਾਬ ਦੀ ਜਨਤਾ ਜਾ ਕੇ ਪੰਜਾਬ ਦੀ ਜਨਤਾ ਦੇ ਸਾਹਮਣੇ ਰੱਖਾਂਗੇ ਕਿ ਕਿਵੇਂ ਆ ਜਿਹੜੀ ਪਾਰਟੀ ਨੇ। ਮੈਂ ਉਹੀ ਗੱਲ ਤੁਹਾਡੇ ਤੇ ਆ ਰਿਹਾ, ਪਿਛਲੇ ਮਹੀਨੇ ਹਰ ਰੋਜ਼ 7-7 ਘੰਟੇ 8-8 ਘੰਟੇ ਹੋਮ ਮਿਨਿਸਟਰ, DGP, ਚੀਫ ਮਿਨਿਸਟਰ ਇੱਕੋ ਇੱਕ ਪਲੈਨਿੰਗ ਤੇ ਲੱਗੇ ਰਹੇ ਆ। ਜਿਹੜਾ ਬੇਅਦਬੀ ਦੇ ਇੱਥੇ ਹੋਇਆ, 1 ਮਿੰਟ ਨਹੀਂ ਚੀਫ ਮਿਨਿਸਟਰ ਨੇ ਲਾਇਆ ਕਿ ਦੋਸ਼ੀਆਂ ਨੂੰ ਫੜਨ ਵਾਸਤੇ DGP ਨੂੰ। ਉਹਨਾਂ ਨੇ ਪਿਛਲੇ ਹਫਤਾ ਵੀ 10 ਦਿਨ ਕੱਲਾ ਮਜੀਠੀਆ ਨੂੰ ਅੰਦਰ ਕਰਨਾ, ਇਹਨਾਂ ਅੰਦਰ ਕਰਨਾ। ਇਸ ਕਰਕੇ ਨਾ ਅਸੀਂ ਡਰੀਏ, ਨਾ ਅਸੀਂ ਪ੍ਰਵਾਹ ਕਰੀਏ। ਅਸੀਂ ਤੁਹਾਡਾ ਚੈਲੰਜ ਐਕਸੈਪਟ ਕਰ ਲਿਆ। ਹੁਣ ਆਓ ਮੈਦਾਨੇ ਜੰਗ 'ਚ ਦੇਖਾਂਗੇ ਤੁਹਾਨੂੰ ਪੰਜਾਬ ਦੀ ਕਚਹਿਰੀ ਵਿੱਚ ਜੈ ਜੀ ਕਰਤੂਤਾਂ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ। ਤੇ ਮੈਂ ਇੱਕ ਹੋਰ ਵੀ ਕਹਿਣਾ ਚਾਹੁੰਦਾ, ਝੂਠੇ ਕੇਸ ਬਣਾਉਣੇ ਗੁਨਾਹ ਹੈ। ਸਾਡੀ ਇਹਨਾਂ ਦੀ ਸਰਕਾਰ ਦੇ ਦੌਰਾਨ ਬਹੁਤ ਸਾਡੇ ਵਰਕਰਾਂ ਤੇ ਝੂਠੇ ਕੇਸ ਬਣਾਏ ਗਏ ਹੈ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੀ ਸਕੀ ਭੈਣ ਅਤੇ ਸੁਖਬੀਰ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਰਕਾਰ ਦੇ ਹੁਣ ਆਖਰੀ ਦਾਅ ਚੱਲ ਪਏ ਨੇ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਭ ਕੁਝ ਬਦਲਾਖੋਰੀ ਦੀ ਨੀਅਤ ਦੇ ਨਾਲ ਕੀਤਾ ਗਿਆ ਹੈ। ਰਾਤੋਂ ਰਾਤ ਪਰਚੇ ਦਰਜ ਹੋ ਰਹੇ ਨੇ, ਰਾਤ ਦੇ ਹਨੇਰੇ 'ਚ DGP ਬਦਲੇ ਜਾ ਰਹੇ ਨੇ। 21 ਤਰੀਕ ਨੂੰ ਪੱਕਾ DGP ਲੱਗਣਾ ਸੀ, 20 ਰਾਤ ਨੂੰ ਕੱਚੇ DGP ਤੋਂ ਪਰਚਾ ਦਰਜ ਕਰਾਇਆ ਗਿਆ। ਚਲੋ ਇਹਨਾਂ ਦੀ ਆਤਮਾ ਨੂੰ ਤਾਂ ਸ਼ਾਂਤੀ ਆਈ। ਬੀਬਾ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਪਰਚੇ ਤੋਂ ਨਹੀਂ ਡਰਦਾ। ਡਰੱਗ ਦਾ ਮਾਮਲਾ ਹੈ ਕਿ ਉਹ ਵੀ ਅਸੀਂ ਤੁਹਾਨੂੰ ਥੋੜਾ ਜਿਹਾ ਬਰੀਫ ਦੇ ਵਿੱਚ ਦੱਸ ਦਿੰਦੇ ਹਾਂ। 13 ਸਾਲ ਪੁਰਾਣਾ ਮਾਮਲਾ ਹੈ। 2008 ਦੇ ਵਿੱਚ ਜਗਦੀਸ਼ ਭੋਲਾ ਫੜਿਆ ਗਿਆ ਸੀ। ਪਹਿਲਵਾਨ ਹੈ, ਕੌਮਾਂਤਰੀ ਪਹਿਲਵਾਨ ਹੈ। ਰੁਸਤਮੇ ਹਿੰਦ ਦਾ ਜਿਹੜਾ ਖਿਤਾਬ ਹੈ ਉਹ ਵੀ ਮਿਲਿਆ ਹੋਇਆ ਹੈ। ਪੰਜਾਬ ਪੁਲਿਸ ਦਾ ਬਰਖਾਸਤ DSP ਹੈ ਤੇ ਪੰਜਾਬ ਪੁਲਿਸ ਨੇ 2013 ਦੇ ਵਿੱਚ ਜਿਹੜਾ ਹੈਗਾ ਇਸ ਰੈਕੇਟ ਦਾ ਪਰਦਾਫਾਸ਼ ਕੀਤਾ ਸੀ। ਕਹਿ ਸਕਦੇ ਹਾਂ ਜਦੋਂ ਜਗਦੀਸ਼ ਭੋਲਾ ਨੇ ਬਿਆਨ ਦਿੱਤਾ ਸੀ ਮੀਡੀਆ ਦੇ ਸਾਹਮਣੇ ਕਿ ਬਿਕਰਮ ਸਿੰਘ ਮਜੀਠੀਆ ਇਸ ਡਰੱਗ ਰੈਕੇਟ ਦੇ ਵਿੱਚ ਸ਼ਾਮਿਲ ਹੈ ਤੇ 9000 ਕਰੋੜ ਰੁਪਏ ਦਾ ਇਹ ਸਾਰਾ ਮਸਲਾ ਹੈਗਾ।
ਕੈਨੇਡਾ ਦੇ ਕਈ ਬੰਦਿਆਂ ਦਾ ਨਾਮ ਹੈ ਜਿਹੜਾ ਉਹ ਬੋਲਦਾ ਹੈ ਇਸ ਰੈਕੇਟ ਦੇ ਵਿੱਚ, ਇਸ ਕੇਸ ਦੇ ਵਿੱਚ। ਤਾਂ ਜਗਦੀਸ਼ ਭੋਲੇ ਨੇ ਕਿਹਾ ਸੀ ਕਿ ਇਹ ਜਦੋਂ ਆਉਂਦੇ ਸੀ ਦੋਵੇਂ ਤਾਂ ਬਿਕਰਮ ਮਜੀਠੀਆ ਦੇ ਘਰੇ ਰੁਕਦੇ ਹੁੰਦੇ ਸੀ, ਉਦੋਂ ਬਿਕਰਮ ਮਜੀਠੀਆ ਦਾ ਨਾਮ ਪਹਿਲੀ ਵਾਰੀ ਸਾਹਮਣੇ ਆਇਆ ਸੀ ਤਾਂ ਪੰਜਾਬ ਦੀ ਸਿਆਸਤ ਵਿੱਚ ਭੁਚਾਲ ਆ ਗਿਆ ਸੀ। ਅਕਾਲੀ ਦਲ ਨੇ ਜਿਹੜੀ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ, ਖਾਸ ਤੌਰ ਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਤੇ ਮਹੇਸ਼ਿੰਦਰ ਸਿੰਘ ਗਰੇਵਾਲ ਸਮੇਤ ਹੋਰ ਸੀਨੀਅਰ ਲੀਡਰ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚੇ ਨੇ ਤੇ ਬੜੇ ਹੀ ਤਿੱਖੇ ਸ਼ਬਦਾਂ ਦੇ ਵਿੱਚ ਕਾਂਗਰਸ ਸਰਕਾਰ ਤੇ ਨਿਸ਼ਾਨੇ ਸਾਧੇ ਨੇ। ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਕਾਂਗਰਸ ਨੇ ਸਾਡੇ ਨਾਲ ਪੁੱਠਾ ਪੰਗਾ ਲੈ ਲਿਆ ਹੈ, ਹੁਣ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ। ਉਹਨਾਂ ਨੇ ਇੱਕ ਜਿਹੜੀ ਬੋਲੀ ਹੈ ਉਹ ਵੀ ਪਾ ਕੇ ਸੁਣਾਈ ਕਿ ਪੁੱਠਾ ਪੰਗਾ ਬੋਕ ਦੇ ਸਿੰਘਾਂ ਨੂੰ ਹੱਥ ਲਾ ਕੇ ਪੁੱਠਾ ਪੰਗਾ ਲੈ ਲਿਆ ਜੱਟੀਏ। ਇਸੇ ਤਰ੍ਹਾਂ ਮਹੇਸ਼ਿੰਦਰ ਸਿੰਘ ਗਰੇਵਾਲ ਉਹਨਾਂ ਨੇ ਵੀ ਕਿਹਾ ਕਿ ਕਾਂਗਰਸ ਦਾ ਇਹ ਹਮਲਾ ਬਿਕਰਮ ਮਜੀਠੀਆ ਤੇ ਨਹੀਂ, ਅਕਾਲੀ ਦਲ ਤੇ ਹਮਲਾ ਹੈ ਤੇ ਅਸੀਂ ਕਾਂਗਰਸ ਸਰਕਾਰ ਨੂੰ ਸਬਕ ਸਿਖਾ ਕੇ ਹਟਾਂਗੇ। ਛੱਥੇ ਤੇ ਰੋੜੇ ਮਾਰੋਗੇ ਤਾਂ ਇਹਦਾ ਖਮਿਆਜਾ ਭੁਗਤਣਾ ਪਏਗਾ। ਸੋ ਆਖਿਰ ਵਿੱਚ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਜਿਸ ਪਾਸੇ ਨੂੰ ਸਰਕਾਰ ਤੁਰੀ ਆ, ਜਿਸ ਤਰ੍ਹਾਂ ਦੇ ਸਰਕਾਰ ਹਾਲਾਤ ਪੈਦਾ ਕਰਨਾ ਚਾਹੁੰਦੀ ਆ, ਮੈਂ ਚੇਤਾਵਨੀ ਦੇਣਾ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ। ਪੰਜਾਬੀ ਦਾ ਇੱਕ ਗੀਤ ਹੈ ਨਾ ਵੀ ਐਵੇਂ ਬੋਕ ਦੇ ਸਿੰਘਾਂ ਨੂੰ ਹੱਥ ਲਾ ਕੇ ਪੁੱਠਾ ਪੰਗਾ ਲੈ ਲਿਆ ਜੱਟੀਏ। ਇਹ ਹੁਣ ਜਿਹੜਾ ਪੰਗਾ ਲੈ ਲਿਆ ਇਹਦਾ ਖਮਿਆਜਾ ਭੁਗਤਣ ਲਈ ਤਿਆਰ ਰਹਿਣ ਕਾਂਗਰਸੀ। ਆਪੇ ਪੀਲ, ਆਪੇ ਵਕੀਲ, ਆਪੇ ਜੱਜ, ਆਪੇ ਥਾਣੇਦਾਰ ਬਣ ਕੇ ਕੇਸ ਦਰਜ ਕੀਤਾ। ਇਹ ਨਵੀਆਂ ਪਿਰਤਾਂ ਪਾ ਰਹੇ ਨੇ, ਨਵੇਂ ਕੰਡੇ ਬੀਜ ਰਹੇ ਨੇ ਔਰ ਕਾਂਗਰਸ ਦੇ ਪਹਿਲਾਂ ਵੀ ਕੰਡੇ ਜਿਹੜੇ ਕਾਂਗਰਸ ਨੇ ਬੀਜੇ, ਕਾਂਗਰਸ ਨੂੰ ਆਪ ਚੁਗਣੇ ਪੈ ਰਹੇ ਨੇ। ਕਾਂਗਰਸ ਨੇ ਅੱਜ ਤੱਕ ਵੰਡੀਆਂ ਪਾਈਆਂ ਮੁਲਕ ਦੇ ਵਿੱਚ, ਜਾਤ ਦੇ ਨਾਂ 'ਤੇ, ਧਰਮ ਦੇ ਨਾਂ 'ਤੇ, ਰੰਗ ਦੇ ਨਾਂ 'ਤੇ। ਅੱਜ ਕਾਂਗਰਸ ਆਪ ਪਾਟੋ ਧੜ ਹੋਈ ਆ, ਉਹ ਕੰਡੇ ਬੀਜੇ ਆਪ ਚੁਗਣੇ ਪੈ ਰਹੇ ਨੇ। ਬਿਕਰਮ ਮਜੀਠੀਆ ਖਿਲਾਫ ਪਰਚਾ ਦਰਜ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਵੀ ਪ੍ਰੈਸ ਕਾਨਫਰੰਸ ਕੀਤੀ। ਰਾਘਵ ਚੱਡਾ ਨੇ ਕਿਹਾ ਹੈ ਕਿ ਸਾਨੂੰ ਪੁਲਿਸ ਦੇ ਇੱਕ ਉੱਚ ਅਧਿਕਾਰੀ ਨੇ ਜਾਣਕਾਰੀ ਦਿੱਤੀ ਸੀ ਕਿ ਚੰਨੀ ਸਰਕਾਰ ਚੋਣਾਂ ਨੇੜੇ ਆਉਂਦਿਆਂ ਵੇਖ ਇੱਕ ਕਮਜ਼ੋਰ ਕੇਸ ਦਰਜ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੂੰ ਗ੍ਰਿਫਤਾਰ ਕਰਵਾਏਗੀ। ਚੋਣਾਂ ਨੇੜੇ ਆਉਂਦਿਆਂ ਵੇਖ ਕੇ ਚੰਨੀ ਸਰਕਾਰ ਸਿਰਫ ਇਲੈਕਸ਼ਨ ਸਟੰਟ ਕਰ ਰਹੀ ਹੈ। ਕਾਂਗਰਸ ਸਰਕਾਰ ਨੇ 5 ਸਾਲਾਂ ਦੇ ਵਿੱਚ ਤਾਂ ਨਸ਼ਿਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਮੈਂ ਸਾਰੀ ਜਨਤਾ ਨੂੰ ਅਪੀਲ ਕਰਦਾ ਹਾਂ ਕਿ ਉਹ ਕਾਂਗਰਸ ਦੇ ਇਸ ਝੂਠ ਫਰੇਬ ਦੇ ਵਿੱਚ ਨਾ ਫਸੇ। ਸੋ ਰਾਘਵ ਚੱਡਾ ਦੇ ਮੁਤਾਬਿਕ ਇਹ ਇੱਕ ਕਮਜ਼ੋਰ ਕੇਸ ਹੈ। ਰਾਘਵ ਚੱਡਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ FIR ਪੜਨ ਤੇ ਪਤਾ ਲੱਗਦਾ ਹੈ ਕਿ ਚੰਨੀ ਸਰਕਾਰ ਭਾਵੇਂ ਬਿਕਰਮ ਮਜੀਠੀਆ ਨੂੰ ਜੇਲ੍ਹ ਭੇਜ ਦੇਵੇ ਪਰ ਅਗਲੇ ਦਿਨ ਹੀ ਉਹਦੀ ਜ਼ਮਾਨਤ ਹੈ ਜਿਹੜੀ ਉਹ ਹੋ ਜਾਵੇਗੀ। FIR ਦੇ ਵਿੱਚ ਲਿਖਿਆ ਹੋਇਆ ਕਿ ਗੁਨਾਹ ਦਾ ਸਮਾਂ 2004 ਤੋਂ 2014 ਦੇ ਵਿਚਕਾਰ ਕੀਤਾ ਗਿਆ ਹੈ। 2007 ਤੋਂ 12 ਤੱਕ ਕਾਂਗਰਸ ਦੀ ਸਰਕਾਰ ਸੀ ਤਾਂ ਕੀ ਉਦੋਂ ਗੁਨਾਹ ਨੂੰ ਰੋਕ ਨਹੀਂ ਸਕਦੀ ਸੀ। ਸੋ ਜਿਹੜਾ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਤੁਹਾਨੂੰ ਮੂਰਖ ਬਣਾਉਣ ਦੀ कोशिश की जा रही है कांग्रेस की सरकार दे वालों। चन्नी सरकार एक फिक्स्ड मैच के तहत इलेक्शंस को करीब आते देख एक बहुत ही कमज़ोर केस, एक कमज़ोर FIR करके शिरोमणि अकाली दल के सीनियर लीडर बिक्रम सिंह मजीठिया को गिरफ्तार करेगी। हमने ये बात 8 दिसंबर 2021 को आपको बताई थी और ये भी बताया था कि सुखबीर सिंह बादल और चरणजीत सिंह चन्नी इन दोनों के बीच देर रात एक फार्म हाउस पे मीटिंग हुई और रात के अंधेरे में ये फैसला लिया गया कि एक फिक्स्ड मैच के चलते बिक्रम मजीठिया को एक बहुत ही कमज़ोर केस में डालकर गिरफ्तार किया जाएगा ताकि अगले ही दिन उनकी इस मसले में बेल हो जाए। ਇਸੇ ਤਰ੍ਹਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਤਾਂ ਬੜਾ ਹੀ ਹੈਰਾਨੀਜਨਕ ਬਿਆਨ ਦਿੱਤਾ ਹੈ। ਕਹਿੰਦੇ ਬਿਨਾਂ ਗਵਾਹੀ ਤੇ ਸਬੂਤ ਤੋਂ ਕੇਸ ਦਰਜ ਕਰਨਾ ਗਲਤ ਹੈ। ਕਹਿੰਦੇ ਮਜੀਠੀਆ ਤੇ ਗਲਤ ਪਰਚਾ ਹੋਇਆ, ਐਵੇਂ ਕਿਸੇ ਨੂੰ ਫੜ ਕੇ ਤੁਸੀਂ ਅੰਦਰ ਦੇਈ ਜਾਵੋਗੇ। ਡਰੱਗ ਮਾਮਲੇ ਤੇ ਆਧਾਰਿਤ ਕੇਸ ਦੇ ਹਰ ਪਹਿਲੂ ਨੂੰ ਕਹਿੰਦੇ ਮੈਂ ਡੂੰਘਾਈ ਦੇ ਨਾਲ ਜਾਣਦਾ ਹਾਂ। ਬਿਨਾਂ ਕਿਸੇ ਗਵਾਹੀ ਤੇ ਬਿਨਾਂ ਕਿਸੇ ਸਬੂਤ ਤੋਂ ਕੇਸ ਦਰਜ ਕਰਨਾ ਸਰਾਸਰ ਗਲਤ ਹੈ। ਇਹ ਸਿਰਫ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਹੈ। ਤੇ ਪਟਿਆਲਾ ਦੇ ਰਾਜਪੁਰਾ ਦੇ ਵਿੱਚ ਕੈਪਟਨ ਆਪਣੀ ਪਾਰਟੀ ਦੇ ਵੱਲੋਂ ਰੈਲੀ ਕਰਨ ਪਹੁੰਚੇ ਹੋਏ ਸੀ। ਸੋ ਬੜੀ ਹੈਰਾਨੀ ਦੀ ਗੱਲ ਹੈ, ਜਿਹੜੇ ਕੈਪਟਨ ਬਾਹਾਂ ਚੱਕ ਕੇ ਕਹਿੰਦੇ ਹੁੰਦੇ ਸੀ ਕਿ ਮਜੀਠੀਆ ਨੂੰ ਮੈਂ ਅੰਦਰ ਕਰੂੰਗਾ ਤੇ ਉਹ ਹੁਣ ਇੰਨਾ ਸੌਫਟ ਕਾਰਨਰ ਰੱਖ ਰਹੇ ਨੇ। ਇਹਦੇ ਪਿੱਛੇ ਕਿੰਨੀ ਕੁ ਵੱਡੀ ਸਿਆਸਤ ਹੋ ਸਕਦੀ ਹੈ ਕਿ ਕਿਸੇ ਵਾਇਆ ਜਿਹੜਾ ਹੈਗਾ ਮਜੀਠੀਆ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਿੱਲੀ ਦਰਬਾਰ ਤੋਂ ਕੈਪਟਨ ਦੇ ਵੱਲੋਂ। ਇਹ ਵੀ ਇੱਕ ਸਵਾਲ ਹੈ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਖਿਲਾਫ ਜਿਹੜਾ ਕੇਸ ਦਰਜ ਹੋਇਆ ਉਸ ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਬੱਕਰੇ ਦੀ ਮਾਂ ਕਦੋਂ ਤੱਕ ਖੈਰ ਮਨਾਓ, ਇੱਕ ਦਿਨ ਤਾਂ ਬਲੀ ਚੜਨਾ ਹੀ ਪੈਣਾ। ਨਸ਼ਿਆਂ ਨੇ ਪੰਜਾਬ ਦੀ ਜਵਾਨੀ ਬਰਬਾਦ ਕਰ ਦਿੱਤੀ ਹੈ। ਡਰੱਗ ਕੇਸ ਵਿੱਚ ਮਜੀਠੀਆ ਤੇ ਆਖਿਰਕਾਰ ਪਰਚਾ ਦਰਜ ਹੋ ਗਿਆ। ਹੁਣ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ।
ਤੇ ਹੁਣ ਇਸ ਮਸਲੇ ਦੇ ਵਿੱਚ ਜਿਵੇਂ ਕੈਪਟਨ ਕਹਿ ਰਹੇ ਨੇ, ਰਾਘਵ ਚੱਡਾ ਕਹਿ ਰਹੇ ਨੇ ਕਿ ਸੱਚਮੁੱਚ ਇਹ ਕਮਜ਼ੋਰ ਕੇਸ ਹੈ, ਤਾਂ ਅਸੀਂ ਪੂਰੀ FIR ਦੀ ਕਾਪੀ ਪੜ੍ਹੀ ਹੈ। 49 ਪੇਜਾਂ ਦੀ FIR ਹੈਗੀ ਹੈ ਤੇ ਉਸ ਦੇ ਵਿੱਚ ਜੋ ਧਾਰਾਵਾਂ ਲਾਈਆਂ ਗਈਆਂ ਨੇ ਜਾਂ ਫਿਰ ਜੋ ਕੁਝ ਵੀ ਉਹਦੇ ਵਿੱਚ ਲਿਖਿਆ ਗਿਆ ਹੈ ਉਸ ਤੋਂ ਸਪਸ਼ਟ ਹੁੰਦਾ ਹੈ ਕਿ FIR ਜਿਹੜੀ ਦਰਜ ਕੀਤੀ ਗਈ ਹੈ, ਕੇਸ ਦਰਜ ਕੀਤਾ ਗਿਆ, ਉਹ ਦਰਜ ਕਰਕੇ ਮਜੀਠੀਆ ਦੇ ਖਿਲਾਫ ਕੋਈ ਬਹੁਤੀ ਤੋਪ ਨਹੀਂ ਚੱਲ ਜਾਣੀ। ਸਿਰਫ ਪੁਲਿਸ ਹੈ ਜਿਹੜੀ ਉਹ ਮਜੀਠੀਆ ਨੂੰ ਜਾਂਚ ਵਾਸਤੇ ਬੁਲਾ ਸਕਦੀ ਹੈ। ਜਾਂਚ ਵਾਸਤੇ ਜਦੋਂ ਮਜੀਠੀਆ ਪਹੁੰਚੇਗਾ ਇਨਵੈਸਟੀਗੇਸ਼ਨ ਟੀਮ ਦੇ ਕੋਲ, ਤਾਂ ਵੱਧ ਤੋਂ ਵੱਧ ਸੁਮੇਧ ਸੈਣੀ ਵਾਂਗ ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਤੇ ਫਿਰ ਮਜੀਠੀਆ ਕੋਲ ਵੀ ਬਚਣ ਦੇ ਕਾਫੀ ਰਾਹ ਹੈਗੇ ਨੇ। ਗੱਲ ਤਾਂ ਇਹ ਹੈ, ਮਸਲਾ ਤਾਂ ਇਹ ਹੈ ਕਿ ਡਰੱਗ ਤਸਕਰਾਂ ਦੇ ਜਿਹੜਾ ਧੁਰਾ ਹੈਗਾ ਉੱਥੋਂ ਤੱਕ ਕੀ ਸਰਕਾਰ ਪਹੁੰਚੂਗੀ? ਕੀ ਮਜੀਠੀਆ ਹੀ ਜੜ ਹੈ? ਜੇ ਮਜੀਠੀਆ ਜੜ ਨਹੀਂ ਹੈ, ਸਿਰਫ ਇੱਕ ਮੋਹਰਾ ਹੈ, ਤਾਂ ਫਿਰ ਅਸਲੀ ਜਿਹੜੇ ਸੌਦਾਗਰ ਨੇ ਨਸ਼ੇ ਦੇ ਉਹ ਕੌਣ ਨੇ? ਉੱਥੇ ਤੱਕ ਸਰਕਾਰਾਂ ਕਦੋਂ ਪਹੁੰਚਣਗੀਆਂ? ਪੰਜਾਬ ਦੀ ਸਿਆਸਤ ਦੇ ਵਿੱਚ ਜਿੱਥੇ ਬਿਕਰਮ ਸਿੰਘ ਮਜੀਠੀਆ ਖਿਲਾਫ ਦਰਜ ਹੋਏ ਪਰਚੇ ਦੇ ਕਾਰਨ ਧਮਾਕਾ ਹੋਇਆ, ਉੱਥੇ ਇੱਕ ਹੋਰ ਧਮਾਕਾ ਹੋਇਆ ਜਦੋਂ BJP ਨੇ ਪੰਜਾਬ ਕਾਂਗਰਸ ਦੇ ਘਰ 'ਚ ਦਿਨ ਦਿਹਾੜੇ ਡਾਕਾ ਮਾਰ ਲਿਆ। ਯਾਨੀ ਕਿ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਕਾਂਗਰਸੀ ਲੀਡਰ ਰਾਣਾ ਗੁਰਮੀਤ ਸਿੰਘ ਸੋਢੀ ਦਿੱਲੀ ਦੇ ਵਿੱਚ ਜਾ ਕੇ BJP ਦੇ ਹੋ ਗਏ ਨੇ। ਉਹਨਾਂ ਨੇ ਮੰਗਲਵਾਰ ਨੂੰ ਹੀ ਕਾਂਗਰਸ ਤੋਂ ਆਪਣਾ ਅਸਤੀਫਾ ਦਿੱਤਾ ਤੇ ਮੰਗਲਵਾਰ ਨੂੰ ਹੀ ਜਾ ਕੇ BJP ਦੇ ਹੋ ਗਏ, ਠੀਕ ਉਸੇ ਤਰ੍ਹਾਂ ਜਿਵੇਂ ਮਨਜਿੰਦਰ ਸਿੰਘ ਸਿਰਸਾ ਨੇ ਕੀਤਾ ਸੀ। ਕਾਂਗਰਸ ਪਾਰਟੀ ਨੂੰ ਅਲਵਿਦਾ ਕਿਹਾ। ਗੁਰੂ ਹਰਸਹਾਏ ਤੋਂ ਵਿਧਾਇਕ ਹੈਗੇ ਨੇ, ਕੈਪਟਨ ਅਮਰਿੰਦਰ ਸਿੰਘ ਦੇ ਖਾਸੇ ਵੱਡੇ ਸਮਰਥਕ ਦੱਸੇ ਜਾਂਦੇ ਸੀ ਤੇ ਸਾਬਕਾ ਮੰਤਰੀ ਵੀ ਉਹ ਰਹਿ ਚੁੱਕੇ ਨੇ। ਸੋਢੀ ਨੇ ਕਿਹਾ ਕਿ ਪੰਜਾਬ ਨੂੰ ਨਰਿੰਦਰ ਮੋਦੀ BJP ਦੀ ਸਰਕਾਰ ਹੀ ਬਚਾਏਗੀ। ਮੈਂ ਚਾਹੁੰਦਾ ਅਮਿਤ ਸ਼ਾਹ ਤੇ ਮੋਦੀ ਪੰਜਾਬ ਵੱਲ ਆਪਣੀਆਂ ਨਜ਼ਰਾਂ ਲਾਈ ਰੱਖਣ। ਪੰਜਾਬ ਨੂੰ ਬਚਾਉਣ ਲਈ ਨਰਿੰਦਰ ਮੋਦੀ ਦੀ ਲੋੜ ਹੈ। ਮੈਂ ਪੰਜਾਬ ਦੀ ਸ਼ਾਂਤੀ ਲਈ ਮਰ ਮਿਟਣ ਤੱਕ ਜਾਵਾਂਗਾ। ਮੈਨੂੰ BJP ਨੇ ਵੀ ਇਹੀ ਭਰੋਸਾ ਦਿੱਤਾ ਹੈ। ਮੇਰਾ ਇੱਕੋ ਮਿਸ਼ਨ ਹੈ, ਹੱਸਦਾ ਪੰਜਾਬ ਤੇ ਵਸਦਾ ਪੰਜਾਬ। ਰਾਣਾ ਗੁਰਮੀਤ ਸੋਢੀ 4 ਵਾਰੀ ਵਿਧਾਇਕ ਰਹਿ ਚੁੱਕੇ ਨੇ। BJP 'ਚ ਸ਼ਾਮਿਲ ਹੋਣ ਤੋਂ ਬਾਅਦ ਰਾਣਾ ਸੋਢੀ ਨੇ ਅਮਿਤ ਸ਼ਾਹ ਦੇ ਨਾਲ ਫੋਟੋ ਟਵੀਟ ਕੀਤੀ ਅਤੇ ਧੰਨਵਾਦ ਕਿਹਾ ਕਿ ਪੰਜਾਬ ਤੇ ਪੰਜਾਬੀਆਂ ਦੇ ਲਈ ਕੰਮ ਕਰਨ ਖਾਤਰ ਮੈਂ BJP ਦੇ ਵਿੱਚ ਸ਼ਾਮਿਲ ਹੋਇਆ ਹਾਂ। ਤੇ ਅੱਗੇ ਬੜੀ ਵੱਡੀ ਲਾਈਨ ਦੱਸੀ ਜਾ ਰਹੀ ਹੈ ਕਿ ਕਾਂਗਰਸ ਦੇ ਵੱਡੇ ਦਿੱਗਜ ਲੀਡਰ ਨੇ ਜਿਹੜੇ ਉਹ ਵੀ BJP ਦੀ ਕਿਸ਼ਤੀ ਵਿੱਚ ਸਵਾਰ ਹੋਣ ਦੇ ਲਈ ਤਿਆਰ ਨੇ। ਸਾਨੂੰ BJP ਦੇ ਇੱਕ ਸੀਨੀਅਰ ਲੀਡਰ ਨੇ ਦੱਸਿਆ ਹੈ ਕਿ ਇਹ ਤਾਂ ਸਿਰਫ ਇੱਕ ਕਹਿ ਸਕਦੇ ਹਾਂ ਕਿ ਮਹੂਰਤ ਹੈਗਾ, ਉਸ ਤੋਂ ਬਾਅਦ ਅਸਲੀ ਤਸਵੀਰ ਆਉਣੀ ਤਾਂ ਹਲੇ ਬਾਕੀ ਹੈ। ਨਾਮ ਜਿਹੜੇ ਸਾਹਮਣੇ ਆ ਰਹੇ ਨੇ ਉਹਨਾਂ ਦੇ ਵਿੱਚ ਖਾਸ ਤੌਰ ਤੇ ਡਿਪਟੀ CM OP ਸੋਨੀ, ਵਿਜੇ ਇੰਦਰ ਸਿੰਗਲਾ ਅਤੇ ਹੋਰ ਵੀ ਕਈ ਨਾਮ ਹੈਗੇ ਨੇ ਜਿਨ੍ਹਾਂ ਦੀ ਚਰਚਾ ਚੱਲ ਰਹੀ ਹੈ। ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਕਰਨ ਵਾਲੇ ਦੋਸ਼ੀ ਦੇ ਫਿੰਗਰਪ੍ਰਿੰਟ ਦਾ ਆਧਾਰ ਡੇਟਾਬੇਸ ਦੇ ਵਿੱਚ ਰਿਕਾਰਡ ਹੀ ਨਹੀਂ ਮਿਲਿਆ। 18 ਦਸੰਬਰ ਨੂੰ ਸ਼ਨੀਚਰਵਾਰ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਦੀ ਘਟਨਾ ਵਾਪਰੀ ਸੀ ਅਤੇ ਦੋਸ਼ੀ ਨੂੰ ਉਸੇ ਵੇਲੇ ਸਿੰਘਾਂ ਨੇ ਕੁੱਟ-ਕੁੱਟ ਕੇ ਜਿਹੜਾ ਹੈਗਾ ਮਾਰ ਦਿੱਤਾ ਸੀ, ਸੋਧਾ ਦਿੱਤਾ ਸੀ। ਇਸ ਮਾਮਲੇ ਦੇ ਵਿੱਚ ਸਿਟ ਨੂੰ ਮਾਮਲੇ ਦੀ ਜਾਂਚ ਦੌਰਾਨ ਮਾਰੇ ਗਏ ਵਿਅਕਤੀ ਦੇ ਫਿੰਗਰਪ੍ਰਿੰਟ ਆਧਾਰ ਡੇਟਾਬੇਸ ਜਾਂ ਫਿਰ ਪੁਲਿਸ ਰਿਕਾਰਡ ਦੇ ਵਿੱਚ ਕਿਸੇ ਵੀ ਬਾਇਓਮੈਟ੍ਰਿਕ ਰਿਕਾਰਡ ਨਾਲ ਮੇਲ ਨਾ ਖਾਣ ਕਰਕੇ ਨਿਰਾਸ਼ਾ ਹੱਥ ਲੱਗੀ। ਪਰ ਬੜੀ ਹੈਰਾਨੀ ਦੀ ਗੱਲ ਹੈ ਕਿ 3 ਦਿਨ ਬੀਤ ਜਾਣ ਦੇ ਬਾਅਦ ਵੀ ਪੁਲਿਸ ਦੇ ਹੱਥ ਖਾਲੀ ਨੇ। ਪੁਲਿਸ ਨੂੰ ਹਾਲੇ ਤੱਕ ਪਤਾ ਹੀ ਨਹੀਂ ਲੱਗਿਆ ਕਿ ਇਹ ਬੰਦਾ ਹੈਗਾ ਕੌਣ ਸੀ, ਇਹਦੀ ਪਛਾਣ ਕੀ ਸੀ। ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਮਾਰੇ ਗਏ ਬੰਦੇ ਦੀ ਪਛਾਣ ਹਾਲੇ ਤੱਕ ਵੀ ਇੱਕ ਭੇਦ ਹੈ, ਇੱਕ ਰਹੱਸ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ 19 ਦਸੰਬਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਆਰੰਭ ਕੀਤੇ ਗਏ ਸੀ। ਪਛਤਾਪ ਸਮਾਗਮ ਕਰਵਾਏ ਗਏ ਸੀ ਕਿਉਂਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਦੀ ਘਟਨਾ ਵਾਪਰੀ, ਉਸ ਕਰਕੇ ਪਛਤਾਪ ਸਮਾਗਮ ਨੇ ਜਿਹੜੇ ਉਹ ਕੀਤੇ ਗਏ ਸੀ। ਮੰਜੀ ਸਾਹਿਬ ਦੀਵਾਨ ਹਾਲ ਵਿਖੇ 21 ਦਸੰਬਰ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਹਜ਼ੂਰੀ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਤੇ ਭਾਈ ਗੁਰਚਰਨ ਸਿੰਘ ਨੇ ਪਛਤਾਪ ਦੀ ਅਰਦਾਸ ਕੀਤੀ। ਇਸ ਮੌਕੇ SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਮੌਜੂਦ ਸਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਖਾਸ ਤੌਰ ਤੇ ਪਹੁੰਚੇ ਹੋਏ ਸੀ। ਸੁਖਬੀਰ ਬਾਦਲ ਨੇ ਕਿਹਾ ਕਿ ਗੁਰੂ ਘਰਾਂ ਦੇ ਮਸਲੇ ਤੇ ਅਸੀਂ ਨਾ ਤਾਂ ਸਿਆਸਤ ਕਦੇ ਕੀਤੀ ਹੈ ਤੇ ਨਾ ਹੀ ਕਰਾਂਗੇ, ਨਾ ਹੀ ਕਰਨੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਮਾਮਲੇ ਤੇ ਸਿਰਫ ਸਿਆਸਤ ਕਰ ਰਹੀ ਹੈ, ਦੋਸ਼ੀ ਨਹੀਂ ਫੜ ਰਹੀ। ਸੁਖਬੀਰ ਬਾਦਲ ਨੇ ਫਿਰ ਦੁਹਰਾਇਆ ਕਿ ਜੋ ਵੀ ਬੇਅਦਬੀ ਮਾਮਲੇ ਤੇ ਸਿਆਸਤ ਕਰੇਗਾ ਉਹਦਾ ਕੱਖ ਨਾ ਰਹੇ। ਮੈਂ ਸਾਰੀਆਂ ਪਾਰਟੀਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਅਸੀਂ ਇਸ ਮਸਲੇ ਤੇ ਸਿਆਸਤ ਨਾ ਕਰਕੇ ਰਲ ਕੇ ਦੋਸ਼ੀਆਂ ਨੂੰ ਫੜੀਏ। ਗੁਰੂ ਸਾਹਿਬਾਨ ਦੇ ਮਾਮਲੇ 'ਚ ਕੋਈ ਸਿਆਸਤ ਕਰੂਗਾ ਉਹਦਾ ਕੱਖ ਨਹੀਂ ਰਹਿਣਾ ਚਾਹੀਦਾ ਤੇ ਪ੍ਰਮਾਤਮਾ ਮਿਹਰ ਕਰੂਗਾ। ਜਿਨ੍ਹਾਂ ਨੇ ਕੀਤੀ ਸਿਆਸਤ ਉਹਨਾਂ ਦਾ ਕੱਖ ਨਾ ਰਹੇ। ਮੈਂ ਸਾਰੀ ਸੰਗਤ ਨੂੰ, ਸਾਰੀ ਲੀਡਰਸ਼ਿਪ, ਸਾਰੀ ਪਾਰਟੀਆਂ ਨੂੰ ਆਈ ਬੇਨਤੀ ਕਰਨਾ ਚਾਹੁੰਦਾ ਕਿ ਇਸ ਇਸ਼ੂ ਤੇ ਕਿਸੇ ਨੂੰ ਸਿਆਸਤ ਨਹੀਂ ਕਰਨੀ ਚਾਹੀਦੀ। ਆਪਾਂ ਸਾਰੇ ਇਕੱਠੇ ਹੋ ਕੇ ਇਹ ਦੋਸ਼ੀਆਂ ਨੂੰ ਫੜੀਏ ਕਿਉਂਕਿ ਆ ਇੱਕ ਪੈਟਰਨ ਬਣ ਗਿਆ
ਪਿਛਲੀ ਵਾਰ ਵੀ ਇਲੈਕਸ਼ਨ ਦੇ ਦੌਰਾਨ ਆ ਸਾਰੀਆਂ ਚੀਜ਼ਾਂ ਸ਼ੁਰੂ ਹੋਈਆਂ, ਹੁਣ ਫਿਰ ਤੋਂ ਸ਼ੁਰੂ ਹੋਈ। ਇੱਥੇ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਸੱਟ ਲਾਉਣ ਵਾਸਤੇ ਆ ਸਾਜ਼ਿਸ਼ਾਂ ਸ਼ੁਰੂ ਫਿਰ ਤੋਂ ਹੋ ਗਈਆਂ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚਿੱਠੀ ਲਿਖੀ ਹੈ ਅਤੇ 2015 ਦੇ ਵਿੱਚ ਅਕਤੂਬਰ ਮਹੀਨੇ ਦੇ ਵਿੱਚ ਜਦੋਂ ਬਰਗਾੜੀ ਬੇਅਦਬੀ ਤੋਂ ਬਾਅਦ ਬਹਿਬਲ ਕਲਾਂ ਗੋਲੀकांड ਵਾਪਰਿਆ ਸੀ, ਉਸ ਗੋਲੀकांड ਦੇ ਜਿਹੜੇ ਪੀੜਤ ਪਰਿਵਾਰ ਹੈਗੇ ਨੇ ਉਹਨਾਂ ਨੂੰ ਨੌਕਰੀ ਦੇਣ ਦੀ ਮੰਗ ਕੀਤੀ ਹੈ ਨਵਜੋਤ ਸਿੰਘ ਸਿੱਧੂ ਨੇ। ਉਹਨਾਂ ਨੇ ਖਾਸ ਤੌਰ ਤੇ ਨਾਮ ਨੇ ਜਿਹੜੇ ਉਹ ਲਿਖੇ ਹੋਏ ਨੇ, ਪੀੜਤਾਂ ਦੇ ਨਾਮ ਲਿਖੇ ਨੇ। ਅਜੀਤ ਸਿੰਘ, ਸੁਖਰਾਜ ਸਿੰਘ, ਗੁਰਜੀਤ ਸਿੰਘ, ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ, ਇਹਨਾਂ 5 ਨੌਜਵਾਨਾਂ ਨੂੰ ਨੌਕਰੀ ਦੇਣ ਦੀ ਅਪੀਲ ਕੀਤੀ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਸਤਿਕਾਰ ਲਈ ਸੰਘਰਸ਼ ਕੀਤਾ, ਸਮੇਂ ਦੀਆਂ ਸਰਕਾਰਾਂ ਦੇ ਹੁਕਮਾਂ ਤੇ ਹੋਏ ਤਸ਼ੱਦਦ ਨੂੰ ਇਹਨਾਂ ਨੇ ਹੰਢਾਇਆ ਹੈ। ਇਸ ਤਰ੍ਹਾਂ ਦੇ ਜੁਝਾਰੂ ਅਤੇ ਹੌਸਲੇ ਵਾਲੇ ਨੌਜਵਾਨ ਹੀ ਨੌਕਰੀਆਂ ਦੇ ਅਸਲ ਹੱਕਦਾਰ ਨੇ। ਨੌਕਰੀਆਂ ਦੇ ਅਸਲ ਹੱਕਦਾਰ ਮੰਤਰੀਆਂ ਜਾਂ ਫਿਰ ਵਿਧਾਇਕਾਂ ਦੇ ਪੁੱਤਰ ਰਿਸ਼ਤੇਦਾਰ ਨਹੀਂ ਹੈਗੇ, ਬਲਕਿ ਇਹ ਨੌਜਵਾਨ ਨੇ ਜਿਨ੍ਹਾਂ ਨੇ ਗੁਰੂ ਦੇ ਸਤਿਕਾਰ ਲਈ ਆਪਣੀਆਂ ਜਾਨਾਂ ਦੀ ਵੀ ਪਰਵਾਹ ਨਹੀਂ ਕੀਤੀ। ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਐਮਪੀ ਭਗਵੰਤ ਮਾਨ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਾਉਣ ਵਾਲੇ ਤੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਚੁੱਕਣ ਵਾਲੇ ਅੱਜ ਰੁਲਦੇ ਫਿਰਦੇ ਨੇ। ਰੱਬ ਜਦੋਂ ਮਾਰਦਾ ਹੈ ਤਾਂ ਮੱਤ ਹੀ ਮਾਰਦਾ ਹੈ। ਗੁਰੂ ਨਾਲ ਧੋਖਾ ਕਰਨ ਵਾਲਿਆਂ ਕੋਲੇ ਹੁਣ ਕੋਈ ਤਾਕੀ ਖੋਲਣ ਵਾਲਾ ਨਹੀਂ ਹੈ, ਇਹਨਾਂ ਤੇ ਯਕੀਨ ਨਾ ਕਰਿਓ। ਯਾਨੀ ਕਿ ਭਗਵੰਤ ਮਾਨ ਨੇ ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨਾ ਲਾਇਆ ਹੈ, ਜਿਹੜੇ ਕਿ ਹੁਣ ਖੁਦ ਵੀ ਰੈਲੀਆਂ ਕਰ ਰਹੇ ਨੇ। ਲਖੀਮਪੁਰ ਖੀਰੀ ਕਤਲकांड ਦੀ ਗੱਲ ਕਰ ਲੈਂਦੇ ਆ। ਰਾਜ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਮਲਿਕਾਰਜੁਨ ਖੜਗੇ ਨੇ ਰਾਜ ਸਭਾ ਦੇ ਚੇਅਰਮੈਨ ਨੂੰ ਨੋਟਿਸ ਦੇ ਕੇ ਲਖੀਮਪੁਰ ਖੀਰੀ ਘਟਨਾ ਵਿੱਚ ਮਾਰੇ ਗਏ ਲੋਕਾਂ ਬਾਰੇ ਹਾਲ ਹੀ ਵਿੱਚ ਸਿੱਟ ਵੱਲੋਂ ਦਿੱਤੀ ਗਈ ਰਿਪੋਰਟ ਬਾਰੇ ਚਰਚਾ ਕਰਵਾਉਣ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੇਨੀ ਨੂੰ ਤੁਰੰਤ ਉਸਦੇ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ, ਨਿਰਪੱਖ ਤੌਰ ਤੇ ਕੇਸ ਚਲਾਇਆ ਜਾਵੇ। ਤੇ ਇਸੇ ਮਸਲੇ ਨੂੰ ਲੈ ਕੇ ਅਜੇ ਮਿਸ਼ਰਾ ਟੇਨੀ ਦੇ ਅਸਤੀਫੇ ਦੀ ਮੰਗ ਕਰ ਰਹੀਆਂ ਵਿਰੋਧੀ ਪਾਰਟੀਆਂ ਨੇ ਸੰਸਦ ਭਵਨ ਤੋਂ ਵਿਜੇ ਚੌਂਕ ਤੱਕ ਪੈਦਲ ਮਾਰਚ ਵੀ ਕੱਢਿਆ। ਵਿਰੋਧੀ ਪਾਰਟੀਆਂ ਅਜੇ ਮਿਸ਼ਰਾ ਟੇਨੀ ਨੂੰ ਹਟਾਉਣ ਦੀ ਲਗਾਤਾਰ ਮੰਗ ਕਰ ਰਹੀਆਂ ਨੇ। ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਲਗਾਤਾਰ ਹੰਗਾਮੇ ਕੀਤੇ ਜਾ ਰਹੇ ਨੇ। ਵਿਰੋਧੀ ਧਿਰ ਦਾ ਇਲਜ਼ਾਮ ਹੈ ਕਿ ਸਰਕਾਰ ਸੰਸਦ ਦੇ ਵਿੱਚ ਇਸ ਮੁੱਦੇ ਤੇ ਬਹਿਸ ਨਹੀਂ ਕਰਨਾ ਚਾਹੁੰਦੀ, ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਮੋਦੀ ਸਰਕਾਰ ਇਸ ਤੇ ਬਹੁਤ ਬੁਰੇ ਤਰੀਕੇ ਦੇ ਨਾਲ ਚੁੱਪ ਵੱਟੀ ਬੈਠੀ ਹੈ। 3 ਮਹੀਨੇ ਹੋ ਚੁੱਕੇ ਨੇ ਇਸ ਕਤਲकांड ਨੂੰ ਵਾਪਰੇ ਹੋਏ। ਕਿਸਾਨ ਵੀ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਆਵਾਜ਼ ਹੈ ਉਹ ਵੀ ਖਾਮੋਸ਼ ਹੋ ਚੁੱਕੀ ਹੈ ਇਸ ਮਸਲੇ ਨੂੰ ਲੈ ਕੇ, ਤੇ ਸਰਕਾਰ ਹੈ ਜਿਹੜੀ ਉਹ ਵੀ ਇਸ ਮਸਲੇ ਤੇ ਪੂਰੀ ਤਰ੍ਹਾਂ ਦੇ ਨਾਲ ਗੂੰਗੀ ਬੋਲੀ ਬਣੀ ਬੈਠੀ ਹੈ। ਪਤਾ ਨਹੀਂ ਐਸਾ ਕੀ ਹੈ ਉਸ ਮੰਤਰੀ ਦੇ ਵਿੱਚ ਕਿ ਸਰਕਾਰ ਨਾ ਤਾਂ ਉਹ ਤੋਂ ਅਸਤੀਫਾ ਮੰਗ ਰਹੀ ਹੈ ਤੇ ਨਾ ਹੀ ਇਹ ਮੰਤਰੀ ਨੈਤਿਕਤਾ ਦੇ ਆਧਾਰ ਤੇ ਖੁਦ ਅਸਤੀਫਾ ਦੇ ਰਿਹਾ ਹੈ, ਕਿਉਂਕਿ ਪੁੱਤਰ ਜੇਲ੍ਹ ਦੇ ਵਿੱਚ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਰਕਾਰ ਦੇ ਖਜ਼ਾਨੇ ਭਰੇ ਬਿਨਾਂ ਮੁਲਾਜ਼ਮਾਂ ਦੇ ਮਸਲੇ ਹੱਲ ਨਹੀਂ ਹੋਣੇ। ਨੌਕਰੀ ਮੰਗ ਰਹੇ ਅਧਿਆਪਕਾਂ ਨੂੰ ਰੁਜ਼ਗਾਰ ਦੇਣ ਲਈ 1000 ਕਰੋੜ ਰੁਪਏ ਦੀ ਲੋੜ ਹੈ। ਸਿੱਧੂ ਨੇ ਕਿਹਾ ਕਿ ਸਰਕਾਰੀ ਉਗਰਾਹੀ ਦੇ ਰਾਹੀਂ ਇਕੱਠਾ ਹੋ ਰਿਹਾ ਜਿਹੜਾ ਮਾਲੀਆ ਉਹ ਖਜ਼ਾਨੇ ਵਿੱਚ ਜਾਣ ਦੀ ਥਾਂ ਨਿੱਜੀ ਜੇਬਾਂ ਦੇ ਵਿੱਚ ਜਾ ਰਿਹਾ। ਸਾਰਾ ਪੰਜਾਬ ਸੜਕਾਂ ਤੇ ਹੈ, ਸਾਰੇ ਮੁਲਾਜ਼ਮ ਕੱਚੇ ਪੱਕੇ ਸਾਰੇ ਸੜਕਾਂ ਤੇ ਨੇ। ਮੈਂ ਸਭ ਦੇ ਲਈ ਕਹਿੰਦੇ ਆਵਾਜ਼ ਚੁੱਕੀ ਹੈ ਤੇ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਇਹ ਦਾਅਵਾ ਕੀਤਾ ਹੈ। ਬਰਨਾਲਾ ਜ਼ਿਲ੍ਹੇ ਦੇ ਪਿੰਡ ਚੀਮਾ ਦੇ ਨੇੜੇ ਇੱਕ ਨਵਾਂ ਟੋਲ ਪਲਾਜ਼ਾ ਸ਼ੁਰੂ ਕਰਨ ਤੋਂ ਪਹਿਲਾਂ ਹੀ ਕਿਸਾਨ ਜਥੇਬੰਦੀਆਂ ਨੇ ਇਹਨੂੰ ਬੰਦ ਕਰਵਾ ਦਿੱਤਾ। ਬਰਨਾਲਾ ਤੋਂ ਮੋਗਾ ਤੇ ਫਰੀਦਕੋਟ ਨੂੰ ਜਾਣ ਵਾਲੇ ਸਾਂਝੇ ਰੋਡ ਤੇ ਟੋਲ ਲਾਇਆ ਗਿਆ ਹੈ। ਟੋਲ ਪਲਾਜ਼ਾ ਤੇ ਪ੍ਰਦਰਸ਼ਨ ਕਰ ਰਹੇ BKU ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ ਅਤੇ ਹੋਰ ਜਿਹੜੇ ਇੱਥੋਂ ਦੇ ਲੀਡਰ ਨੇ, ਕਿਸਾਨ ਲੀਡਰ, ਉਹਨਾਂ ਨੇ ਦੱਸਿਆ ਕਿ ਬਰਨਾਲਾ ਤੋਂ ਫਰੀਦਕੋਟ ਵਾਲੀ ਸੜਕ ਸਟੇਟ ਹਾਈਵੇ ਤੇ ਹੈ, ਜਦਕਿ ਇਹ ਟੋਲ ਨੈਸ਼ਨਲ ਹਾਈਵੇ ਬਰਨਾਲਾ ਮੋਗਾ ਦੇ ਲਈ ਹੈ। ਇਸ ਕਰਕੇ ਫਰੀਦਕੋਟ ਸਾਈਡ ਤੋਂ ਆਉਣ ਵਾਲੇ ਲੋਕਾਂ ਦੀ ਬਿਨਾਂ ਕਿਸੇ ਗੱਲ ਤੋਂ ਕਥਿਤ ਲੁੱਟ ਹੋਣੀ ਹੈ। ਇਸ ਕਰਕੇ ਟੋਲ ਚਾਲੂ ਹੋਣ ਤੋਂ ਪਹਿਲਾਂ ਹੀ ਕਿਸਾਨਾਂ ਨੇ ਬੰਦ ਕਰਵਾ ਦਿੱਤਾ ਹੈ। ਪੰਜਾਬ ਵਿਜੀਲੈਂਸ ਬਿਊਰੋ ਨੇ ਪਾਵਰਕਾਮ ਦੇ ਜੂਨੀਅਰ ਇੰਜੀਨੀਅਰ ਤੇ ਉਸਦੇ ਦਲਾਲ ਨੂੰ 90000 ਰੁਪਏ ਕਥਿਤ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਹੈ। ਮਾਮਲਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦਾ ਹੈ। ਖੁਲਾਸਾ ਵਿਜੀਲੈਂਸ ਬਿਊਰੋ ਦੇ AIG ਅਸੀਸ ਕਪੂਰ ਨੇ ਕੀਤਾ। ਉਹਨਾਂ ਨੇ ਕਿਹਾ ਜੇਈ ਮਲਕੀਤ ਸਿੰਘ ਤੇ ਦਲਾਲ ਪ੍ਰਦੀਪ ਕੁਮਾਰ ਮਿੰਟੂ ਦੇ ਖਿਲਾਫ ਅਪਰਾਧੀ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਕਾਰਵਾਈ ਆਟਾ ਚੱਕੀ ਦੇ ਮਾਲਕ ਕੁਸ਼ਲਪਾਲ ਸਿੰਘ ਵਾਸੀ ਪਿੰਡ ਖੇਲਣ ਜ਼ਿਲ੍ਹਾ ਮੋਹਾਲੀ ਦੀ ਸ਼ਿਕਾਇਤ ਤੇ ਕੀਤੀ ਗਈ ਹੈ। ਦੋਵੇਂ ਮੁਲਜ਼ਮਾਂ ਨੂੰ ਮੋਹਾਲੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਫਿਰੋਜ਼ਪੁਰ ਤੋਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਪੰਜਾਬ ਦੇ ਨਵੇਂ DGP ਸਿਧਾਰਥ ਚੱਟੋਪਾਧਿਆਏ ਤੇ ਗੰਭੀਰ ਇਲਜ਼ਾਮ ਲਾਏ ਨੇ। ਉਹਨਾਂ ਨੇ ਕਿਹਾ ਕਿ ਮੇਰੇ ਤੇ ਮੇਰੇ ਪਰਿਵਾਰ ਦਾ ਜਾਨੀ ਨੁਕਸਾਨ ਹੋ ਸਕਦਾ ਹੈ। ਪਿੰਕੀ ਨੇ ਕਿਹਾ ਕਿ ਫਿਰੋਜ਼ਪੁਰ ਤੋਂ ਉੱਗੇ ਕਾਰੋਬਾਰੀ ਵਰਿੰਦਰਪਾਲ ਸਿੰਘ, ਜਿਸ ਤੇ ਬਲਾਤਕਾਰ ਦਾ ਪਰਚਾ ਦਰਜ ਸੀ, ਉਹ DGP ਦੇ ਨਾਲ ਘੁੰਮ ਫਿਰ ਰਿਹਾ ਹੈ। ਇਹ ਸਾਰਾ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿੱਚ ਕਹਿੰਦੇ ਮੈਂ ਲਿਆਵਾਂਗਾ। ਕਾਂਗਰਸ ਦੇ ਮੌਜੂਦਾ ਵਿਧਾਇਕ ਨੇ ਪਰਮਿੰਦਰ ਸਿੰਘ ਪਿੰਕੀ, ਉਹਨਾਂ ਦੇ ਵੱਲੋਂ DGP ਦੇ ਉੱਤੇ ਜਿਹੜੇ ਗੰਭੀਰ ਦੋਸ਼ ਲਾਏ ਗਏ ਨੇ, ਉਸ ਤੋਂ ਬਾਅਦ ਸਿਆਸਤ ਹੋਰ ਗਰਮਾ ਗਈ ਹੈ।
ਉਧਰ ਸਿੱਧੂ ਜਿਹੜੇ ਹੜਤਾਲੀ ਮੁਲਾਜ਼ਮਾਂ ਦੇ ਹੱਕ ਦੀ ਗੱਲ ਕਰ ਰਹੇ ਨੇ ਤਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਰਸਾਂ ਦੇ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਹੜਤਾਲ ਤੇ ਲੰਬੇ ਸਮੇਂ ਤੋਂ ਨਰਸਾਂ ਬੈਠੀਆਂ ਨੇ, ਉਹਨਾਂ ਦੇ ਸਾਰੇ ਲਟਕਦੇ ਮਸਲਿਆਂ ਨੂੰ ਹੱਲ ਕਰਨ ਦੇ ਲਈ ਸਿਹਤ ਤੇ ਮੈਡੀਕਲ ਸਿੱਖਿਆ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੂੰ ਇਹਨਾਂ ਮੁੱਦਿਆਂ ਨੂੰ ਡੂੰਘਾਈ ਦੇ ਨਾਲ ਵਿਚਾਰਦਿਆਂ 10 ਦਿਨਾਂ ਦੇ ਅੰਦਰ ਸੰਤੁਸ਼ਟੀਜਨਕ ਤੇ ਸਕਾਰਾਤਮਕ ਹੱਲ ਕੱਢਣ ਦੇ ਚੰਨੀ ਨੇ ਨਿਰਦੇਸ਼ ਦੇ ਦਿੱਤੇ ਨੇ। ਪੰਜਾਬ ਐਂਡ ਯੂਟੀ ਨਰਸਿੰਗ ਜੁਆਇੰਟ ਐਕਸ਼ਨ ਕਮੇਟੀ ਦੇ ਵਫਦ ਨੇ ਮੁੱਖ ਮੰਤਰੀ ਚੰਨੀ ਦੇ ਨਾਲ ਉਹਨਾਂ ਦੀ ਸਰਕਾਰੀ ਰਿਹਾਇਸ਼ ਤੇ ਮੁਲਾਕਾਤ ਕੀਤੀ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾਕਟਰ ਐਸ ਕਰੁਣਾ ਰਾਜੂ ਨੇ ਸੂਬੇ ਦੇ ਵਿੱਚ ਨਵੇਂ ਵੋਟਰਾਂ ਦੀ ਪਛਾਣ ਕਰਨ ਦੇ ਲਈ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਸੀਈਓ ਡਾਕਟਰ ਰਾਜੂ ਨੇ ਆਪਣੇ ਦਫ਼ਤਰ ਦੇ ਵਿੱਚ ਵਧੀਕ ਸੀਈਓ ਅਮਨਦੀਪ ਕੌਰ ਨਾਲ ਸਿਹਤ, ਸਿੱਖਿਆ ਤੇ ਜਨਮ ਤੇ ਮੌਤ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਤੇ ਵਿਧਾਨ ਸਭਾ ਚੋਣਾਂ ਦੌਰਾਨ ਆਬਕਾਰੀ ਚੈਕਿੰਗ ਦੇ ਲਈ ਆਬਕਾਰੀ ਤੇ ਕਰ ਵਿਭਾਗ ਨੇ ਹਲਕਾ ਵਾਈਜ਼ ਟੀਮਾਂ ਗਠਿਤ ਕਰ ਦਿੱਤੀਆਂ ਨੇ। ਇਹਨਾਂ ਟੀਮਾਂ ਦੇ ਵਿੱਚ ਆਬਕਾਰੀ ਕਰ ਅਫਸਰਾਂ ਅਤੇ ਆਬਕਾਰੀ ਕਰ ਨਿਰੀਖਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਟੀਮਾਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਿਕ ਚੈਕਿੰਗ ਕਰਨਗੀਆਂ। ਇਹਨਾਂ ਨੂੰ ਇਸ ਵਾਸਤੇ ਸਿਖਲਾਈ ਵੀ ਦਿੱਤੀ ਗਈ ਹੈ। ਜ਼ਿਲ੍ਹਿਆਂ ਦੇ ਵਿੱਚ ਆਬਕਾਰੀ ਆਫੀਸਰ ਕਮ ਨੋਡਲ ਆਫੀਸਰ ਵੀ ਲਾਏ ਗਏ ਨੇ। ਸੀਬੀਆਈ ਨੇ ਡੇਰਾ ਸਿਰਸਾ ਦੇ ਮੋਹਰੀ ਲੀਡਰ ਮਹਿੰਦਰਪਾਲ ਬਿੱਟੂ ਵਾਸੀ ਕੋਟਕਪੂਰਾ ਕਤਲ ਮਾਮਲੇ ਦੀ ਜਾਂਚ ਕਰਨ ਦੇ ਲਈ ਹਾਮੀ ਭਰ ਦਿੱਤੀ ਹੈ। ਮਹਿੰਦਰਪਾਲ ਬਿੱਟੂ ਜੇਲ੍ਹ ਦੇ ਵਿੱਚ ਬੰਦ ਸੀ ਤਾਂ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਜੇਲ੍ਹ ਦੇ ਵਿੱਚ ਹੀ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਦੇ ਵਿੱਚ ਜੇਲ੍ਹ 'ਚ ਬੰਦ ਸੀ। ਡੇਰੇ ਦੀ ਜਿਹੜੀ ਅਹਿਮ ਕਮੇਟੀ ਹੈ ਉਸ ਦਾ ਇਹ ਮੈਂਬਰ ਸੀ। ਬਿੱਟੂ ਦੀ ਧਰਮ ਪਤਨੀ ਸੰਤੋਸ਼ ਕੁਮਾਰੀ ਨੇ ਇਸ ਕਤਲ ਦੀ ਸੀਬੀਆਈ ਪੜਤਾਲ ਕਰਵਾਉਣ ਦੀ ਮੰਗ ਲਈ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ। ਸੋਮਵਾਰ ਨੂੰ ਸੁਣਵਾਈ ਦੌਰਾਨ ਸੀਬੀਆਈ ਨੇ ਅਦਾਲਤ ਮੂਹਰੇ ਆਪਣਾ ਪੱਖ ਰੱਖਦਿਆਂ ਇਸ ਸੰਬੰਧ ਵਿੱਚ ਸਹਿਮਤੀ ਜਤਾ ਦਿੱਤੀ ਹੈ। ਤੇ ਨਾਲ ਹੀ ਇਹ ਵੀ ਖਬਰ ਮਿਲ ਰਹੀ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪਟਿਆਲਾ ਰੇਂਜ ਦੇ ਆਈਜੀ ਵੱਲੋਂ ਡੇਰਾ ਸਿਰਸਾ ਦੇ ਮੋਹਰੀ ਜਿਹੜੇ ਮਹਿੰਦਰਪਾਲ ਬਿੱਟੂ ਸੀ ਉਸ ਕਤਲ ਮਾਮਲੇ ਦੀ ਜਾਂਚ ਕਰਨ ਤੇ ਰੋਕ ਲਾ ਦਿੱਤੀ। ਐਡਵੋਕੇਟ ਕੇਵਲ ਬਰਾੜ ਨੇ ਦੱਸਿਆ ਕਿ ਬਿੱਟੂ ਦੀ ਧਰਮ ਪਤਨੀ ਸੰਤੋਸ਼ ਕੁਮਾਰੀ ਨੇ ਇਸ ਕਤਲ ਮਾਮਲੇ ਦੀ ਸੀਬੀਆਈ ਪੜਤਾਲ ਕਰਵਾਉਣ ਦੀ ਮੰਗ ਲਈ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਉਣ ਦੇ ਬਾਵਜੂਦ ਪਟਿਆਲਾ ਰੇਂਜ ਦੇ ਆਈਜੀ ਨੇ ਪਰਿਵਾਰ ਦੇ ਮੈਂਬਰਾਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ 3 ਨੋਟਿਸ ਭੇਜ ਕੇ ਪਟਿਆਲੇ ਸੱਦਿਆ ਸੀ। ਇਸ ਸੰਬੰਧ ਵਿੱਚ ਪਟੀਸ਼ਨਕਰਤਾ ਨੇ ਹਾਈ ਕੋਰਟ 'ਚ ਸ਼ਿਕਾਇਤ ਕੀਤੀ ਸੀ। ਸੁਣਵਾਈ ਦੌਰਾਨ ਅਦਾਲਤ ਨੇ ਆਈਜੀ ਦੀ ਜਾਂਚ ਤੇ ਰੋਕ ਲਾ ਦਿੱਤੀ ਹੈ। ਭਾਰਤ ਸਰਕਾਰ ਨੇ ਭਾਰਤ ਦੇ ਵਿੱਚ YouTube ਦੇ 20 ਚੈਨਲ ਤੇ 2 ਵੈਬਸਾਈਟ ਬਲੌਕ ਕਰ ਦਿੱਤੇ ਨੇ। ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਵੱਲੋਂ ਜਾਰੀ ਬਿਆਨ ਦੇ ਮੁਤਾਬਿਕ ਇਹਨਾਂ ਚੈਨਲਾਂ ਦੇ ਰਾਹੀਂ ਜਾਲੀ ਖਬਰਾਂ ਅਤੇ ਭਾਰਤ ਵਿਰੋਧੀ ਪ੍ਰਚਾਰ ਕੀਤਾ ਜਾ ਰਿਹਾ ਸੀ। ਕਹਿੰਦੇ ਇਹਨਾਂ ਚੈਨਲਾਂ ਦੇ ਉੱਤੇ ਕਸ਼ਮੀਰ, ਭਾਰਤੀ ਫੌਜ, ਘੱਟ ਗਿਣਤੀ ਵਰਗ, ਰਾਮ ਮੰਦਿਰ ਤੇ ਜਨਰਲ ਬਿਪਿਨ ਰਾਵਤ ਬਾਰੇ ਇਤਰਾਜ਼ਯੋਗ ਸਮੱਗਰੀ ਪੋਸਟ ਕੀਤੀ ਜਾ ਰਹੀ ਸੀ ਤੇ ਇਸੇ ਕਰਕੇ ਭਾਰਤ ਸਰਕਾਰ ਨੇ 20 YouTube ਚੈਨਲ ਅਤੇ 2 ਵੈਬਸਾਈਟ ਬਲੌਕ ਕਰ ਦਿੱਤੇ ਨੇ। ਭਾਰਤੀ ਕਰੰਸੀ ਰੁਪਈਏ ਦੀ ਗੱਲ ਕਰ ਲੈਂਦੇ ਆ ਤਾਂ ਭਾਰਤੀ ਰੁਪਈਏ ਦੀ ਹਾਲਤ ਏਸ਼ੀਆਈ ਬਾਜ਼ਾਰ ਦੇ ਵਿੱਚ ਸਭ ਤੋਂ ਖਰਾਬ ਹੈ। ਏਸ਼ੀਆਈ ਬਾਜ਼ਾਰ ਦੇ ਵਿੱਚ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲੀ ਕਰੰਸੀ ਭਾਰਤ ਦਾ ਰੁਪਈਆ ਬਣ ਗਿਆ। ਨਾਲ ਹੀ ਦੇਸ਼ ਦੇ ਸ਼ੇਅਰ ਬਾਜ਼ਾਰ ਤੋਂ ਵਿਦੇਸ਼ੀ ਨਿਵੇਸ਼ ਵੀ ਲਗਾਤਾਰ ਘਟਦਾ ਜਾ ਰਿਹਾ ਹੈ। ਬਲੂਮਬਰਗ ਦੀ ਇੱਕ ਰਿਪੋਰਟ ਦੇ ਵਿੱਚ ਭਾਰਤੀ ਰੁਪਈਏ ਨੂੰ ਲੈ ਕੇ ਇਹ ਦਾਅਵਾ ਕੀਤਾ ਗਿਆ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।